ਜਿਹੜੇ ਲੋਕ ਤੁਸੀਂ ਦੇਖਿਆ ਜਦੋਂ ਵੀ ਕਿਤੇ ਮਰਿਆ ਹੁੰਦਾ ਤੇ ਸਿਰਿੰਜ ਫਸੀ ਹੋਈ ਦਿਸ ਹੁੰਦੀ, ਉਹ ਸਿਰਿੰਜ ਜਿਹੜੀ ਹੈਗੀ ਆ ਅਸਲ 'ਚ ਨਾੜ ਦੇ ਵਿੱਚ ਫਸੀ ਹੁੰਦੀ ਹੈ। ਉਹ ਨਾੜ ਦੇ ਵਿੱਚ ਸਿੱਧਾ ਲਾਉਂਦੇ ਆ ਤਾਂ ਉਹ ਅਸਲ 'ਚ ਪਾਊਡਰ ਜਿਹਾ ਹੁੰਦਾ, ਉਹ ਤੁਹਾਡੇ ਕਿਸੇ ਵੀ ਸਿਸਟਮ ਨੂੰ ਯਕਦਮ ਬੰਦ ਕਰ ਸਕਦਾ। ਇਸ ਕਰਕੇ ਆਪਾਂ ਜਿਹੜੀਆਂ ਨਾੜ 'ਚ ਜਦੋਂ ਵੀ ਕਿਤੇ ਟੀਕਾ ਲਾਉਂਦੇ ਤੁਸੀਂ ਡਾਕਟਰਾਂ ਦੇ ਕੋਲ ਬਹੁਤ ਹੌਲੀ ਹੌਲੀ ਜਿਹਾ ਕਰਕੇ ਲਾਉਂਦੇ ਨੇ। ਇਹ ਤਾਂ ਲਾਉਂਦੇ ਸਿੱਧਾ ਹੀ, ਪਤਾ ਨਹੀਂ ਕੀ ਗੰਦ ਲਾਉਂਦੇ ਆ। ਜਿਹੜਾ ਹਾਰਟ ਹੈ ਆਪਣਾ ਉਹ ਐਵਰੇਜ 72 ਟਾਈਮ 1 ਮਿੰਟ 'ਚ ਕਰਦਾ ਹੈ। ਇਹਦਾ ਮਤਲਬ ਤੁਸੀਂ ਲਾਈ ਨਹੀਂ ਤੇ ਤੁਹਾਡੇ ਸਰੀਰ ਦੇ ਅੰਦਰ ਘੁੰਮਿਆ ਨਹੀਂ ਸਾਰਾ ਕੁਝ ਵਿੱਚ। ਜਿਸ ਆਪਣੇ ਕੱਟ ਦਿੱਤਾ ਤੁਸੀਂ ਉਹਨੂੰ ਉੱਪਰ ਬੰਨੀ ਫਿਰਦੇ ਹੋ, ਬੰਨਣ ਦਾ ਫਾਇਦਾ ਕੋਈ ਨਹੀਂ, ਕਿਉਂਕਿ ਇੱਕ ਵਾਰੀ ਜਦੋਂ ਉਹ ਵਿੱਚ ਵੜ ਗਿਆ ਤਾਂ 1 ਸੈਕਿੰਡ ਵਿੱਚ ਤਾਂ ਉਹਨੇ ਸਾਰੀ ਸਰੀਰ 'ਚ ਘੁੰਮ ਜਾਣਾ। ਤਾਂ ਇੱਥੇ ਬੰਨ ਕੇ ਕੀ ਕਰੋਗੇ ਤੁਸੀਂ ਵਿੱਚ? ਜੇ ਉਹਨੂੰ ਤੁਸੀਂ ਫਾਸਟ ਲਾ ਦਿਓ ਨਾ ਤਾਂ ਉਹ ਤਾਂ ਉਹਦੀ ਹਾਰਟ ਬੰਦ ਹੋ ਜਾਂਦਾ। ਇਸ ਵਾਰ 2023 'ਚ ਸਭ ਤੋਂ ਵੱਡੀ ਜਿਹੜੀ ਬਰਾਮਦਗੀ ਹੋਈ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਤੁਸੀਂ ਸਮਝਦੇ ਹੋ ਸੱਚਾਈ ਕਿੰਨੀ ਹੁੰਦੀ ਹੈ? ਚੀਜ਼ ਹੁੰਦੀ ਹੈ 5 ਰੁਪਏ ਦੀ, ਤੇ ਉਹਦਾ ਇੰਟਰਨੈਸ਼ਨਲ ਜਿਹੜਾ ਹੈਗਾ ਰੇਟ ਪਾ ਦਿੰਦੇ ਤੇ ਉਹਦਾ ਦੱਸਦਾ। ਪਿੱਛੇ ਜੇ ਨਹੀਂ ਹੋਇਆ, ਕਹਿੰਦੇ ਪਤਾ ਨਹੀਂ 77 ਕਿਲੋ ਫੜੀ ਉੱਥੋਂ ਤੇ 400 ਕਰੋੜ ਉਹਦਾ ਰੇਟ ਬਣਾਤਾ। ਉਹ ਇੱਦਾਂ ਥੋੜ੍ਹੀ ਹੁੰਦਾ। ਜਦੋਂ ਪੁਲਿਸ ਫੜ ਲੈਂਦੀ ਹੈ ਉਸ ਨੂੰ ਕੋਈ ਵੇਚਿਆ ਨਹੀਂ ਜਾਂਦਾ, ਉਹ ਤਾਂ ਡਿਸਟਰੋਏ ਕਰ ਦਿੱਤੀ ਜਾਂਦੀ ਹੈ। ਤਾਂ ਉਹਦਾ ਰੇਟ ਪਾਉਣ ਦਾ ਕੀ ਮਤਲਬ ਹੋਇਆ? ਇਹ ਤਾਂ ਫਿਰ ਭਗਵੰਤ ਮਾਨ ਵਾਲੀ ਗੱਲ ਹੋ ਗਈ ਨਾ ਕਿ ਅਸੀਂ ਆ ਜਿਹੜਾ ਦੇਖੋ ਜੀ ਚੰਡੀਗੜ੍ਹ ਦੇ ਇੱਧਰਲੇ ਪਾਸੇ ਅਸੀਂ ਜਿਹੜੇ ਹੈਗੇ ਆ ਜ਼ਮੀਨਾਂ 'ਤੇ ਕਬਜ਼ੇ ਕਰ ਲਏ, ਹੁਣ ਸਾਨੂੰ 300 ਕਰੋੜ ਆ ਜਾਣਾ। ਇੱਦਾਂ ਥੋੜ੍ਹੀ ਆਉਂਦਾ ਵਿੱਚ। ਇਹ ਤਾਂ ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ ਗੱਲਾਂ ਨੇ। ਕਿ ਅੱਜ ਉੱਥੇ ਸਿਰਿੰਜ ਲੱਗੀ ਸੀ ਤੇ ਮੁੰਡਾ ਮਰ ਗਿਆ, ਕਦੇ ਕੋਈ ਕੁੜੀ ਝੂਲ ਰਹੀ ਹੈ ਨਸ਼ੇ ਦੇ ਵਿੱਚ। ਨਸ਼ਾ ਤੁਹਾਨੂੰ ਖਾਣ ਦਾ ਵੀ ਹੁੰਦਾ ਹੈ, ਨਸ਼ਾ ਤੁਹਾਨੂੰ ਪਾਉਣ ਦਾ ਵੀ ਹੁੰਦਾ ਹੈ, ਨਸ਼ਾ ਤੁਹਾਨੂੰ ਪੈਸੇ ਦਾ ਵੀ ਹੁੰਦਾ ਹੈ, ਨਸ਼ਾ ਤੁਹਾਨੂੰ ਸੈਕਸ ਦਾ ਵੀ ਹੁੰਦਾ ਹੈ, ਨਸ਼ਾ ਤੁਹਾਨੂੰ ਪਾਵਰ ਦਾ ਵੀ ਹੁੰਦਾ ਹੈ। ਜੋ ਅੱਜ ਨਸ਼ੇ ਵਰਤੇ ਜਾ ਰਹੇ ਨੇ ਵਿੱਚ ਜਿਹੜੇ ਹੈਗੇ ਆ, ਇਹ ਨਸ਼ੇ ਬਹੁਤ ਹੀ ਘਾਤਕ ਸਿੱਧ ਹੋ ਰਹੇ ਨੇ। ਇਹ ਜਿਹੜੇ ਲੀਡਰ ਸੀਗੇ, ਸਿਆਸੀ ਲੀਡਰ ਖਾਸ ਕਰਕੇ, ਫਿਰ ਉਹਨਾਂ ਦੇ ਅੱਗੇ ਚੇਲੇ ਆ ਗਏ ਨਾ ਵਿੱਚ ਜਿਹੜੇ ਹੈਗੇ ਆ, ਤਸਕਰ ਆ ਗਏ ਫਿਰ ਵਿੱਚ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਇੰਨੀ ਕੁ ਲੁੱਟ ਖਸਾਈ ਕੀਤੀ ਹੈ। ਨਸ਼ੇ ਜਿਹੜੇ ਹੈਗੇ ਨੇ ਇਹ ਅਮੀਰ ਬੰਦੇ ਵੀ ਕਰਦੇ ਆ ਔਰ ਕਾਫੀ ਵੱਡੀ ਅਮਾਊਂਟ 'ਚ ਕਰਦੇ ਆ। ਜਿਹੜੇ ਛੋਟੇ ਆ ਉਹ ਵੀ ਕਰਦੇ ਆ, ਲੇਕਿਨ ਅਮੀਰ ਜ਼ਿਆਦਾ ਕਰਦੇ ਆ। ਪੰਜਾਬ ਦੇ ਵਿੱਚ ਇੱਕ ਦੌਰ ਜਿਹੜਾ ਹੈਗਾ ਫੋਰਨ ਵਾਲਾ ਚੱਲਿਆ। ਉਹ ਜਿਹੜਾ ਪੈਸਾ ਸੀਗਾ ਨਾ ਬਾਹਰ ਵਾਲਾ ਆਇਆ, ਉਹਨੇ ਲੋਕਾਂ ਨੂੰ ਵੈਸੇ ਵੀ ਘਰਾਂ 'ਚ ਵਿਹਲਾ ਕੀਤਾ ਹੋਇਆ। ਤੇ ਵਿਹਲਾ ਬੰਦਾ ਕੀ ਕਰੇਗਾ? ਵਿਹਲੜਪਣ ਬਣ ਗਿਆ, ਪਾਪੂਲੇਸ਼ਨ ਜ਼ਿਆਦਾ ਹੋ ਗਈ, ਪੈਸੇ ਤੁਹਾਡੇ ਕੋਲ ਜ਼ਿਆਦਾ ਆ ਗਏ, ਤੇ ਫਿਰ ਜਿਹਦੇ ਕੋਲ ਜ਼ਿਆਦਾ ਪੈਸੇ ਉਹਨੇ ਕਰਨਾ ਕੀ ਸੀ? ਉਹਨੇ ਇਹੀ ਕੁਛ ਤਾਂ ਕਰਨਾ ਸੀ। ਕਈ ਗਰੀਬ ਘਰਾਂ ਦੇ ਘਰ ਜਿਹੜੇ 70 ਲਗਾਤਾਰ ਵਿਛ ਰਿਹਾ। ਇੱਕ ਲੰਬੀ ਦੀ ਤਾਜ਼ਾ ਉਦਾਹਰਨ ਹੈ, ਮਾਤਾ ਰੋਕ ਲਾ ਰਹੀ ਹੈ। 2 ਪੁੱਤਰ ਨਸ਼ੇ ਦੇ ਹੜ 'ਚ ਵੜ ਗਏ ਔਰ ਹਮੇਸ਼ਾ ਲਈ ਚਲੇ ਗਏ। ਤੀਜਾ ਕਹਿੰਦੇ ਕਗਾਰ ਦੇ ਉੱਤੇ ਆ, ਘੱਟੋ ਘੱਟ ਇਹ ਤਾਂ ਬਚਾ ਲਓ। ਆਪਾਂ ਤਾਂ ਸਿਰਫ ਅਜੇ ਚਿੱਟੇ ਤੇ ਫਸੇ ਹੋਏ ਆ। ਅਸਲ 'ਚ ਇਹ ਤਿੰਨੇ ਕਿਸਮ ਦੇ ਨਸ਼ੇ ਜਿਹੜੇ ਨੇ ਇਹ ਪੂਰੇ ਜ਼ੋਰਾਂ 'ਤੇ ਆ। ਪੰਜਾਬ 'ਚ ਸਮੱਸਿਆਵਾਂ ਬਹੁਤ ਨੇ, ਪਰ ਇੱਕ ਸਮੱਸਿਆ ਜਿਸ ਦੇ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਸੀਂ ਜੂਝ ਰਹੇ ਹਾਂ ਉਹ ਆ ਨਸ਼ਿਆਂ ਦੀ ਦਲਦਲ। ਇਸ 'ਚ ਜਵਾਨੀ ਹੀ ਨਹੀਂ, ਹੁਣ ਤਾਂ ਸਾਡੇ ਪੰਜਾਬ ਦੀਆਂ ਧੀਆਂ ਕੁੜੀਆਂ ਵੀ ਇਸ ਦਲਦਲ ਦੇ ਵਿੱਚ ਫਸਦੀਆਂ ਨਜ਼ਰ ਆ ਰਹੀਆਂ ਨੇ। ਇਸ ਸਮੱਸਿਆ ਨੂੰ ਹੱਲ ਕਿਵੇਂ ਕੀਤਾ ਜਾਵੇ? ਵੱਖ-ਵੱਖ ਸਿਆਸੀ ਧਿਰਾਂ ਜਦੋਂ ਆਪੋਜੀਸ਼ਨ 'ਚ ਹੁੰਦੀਆਂ ਨੇ ਗੱਲ ਕੁਝ ਹੋਰ ਕਹਿੰਦੀਆਂ ਨੇ, ਸੱਤਾ ਤੇ ਕਾਬਜ ਹੁੰਦਿਆਂ ਹੀ ਸੁਰ ਬਦਲ ਜਾਂਦੇ ਨੇ। ਪਰ ਸਮੱਸਿਆ ਦਾ ਹੱਲ ਕਿਵੇਂ ਨਿਕਲੇ? ਨਿੱਤ ਆਏ ਦਿਨ 70 ਵਿਛ ਰਹੇ ਨੇ, ਉਸ ਸਮੱਸਿਆ ਦਾ ਹੱਲ ਨਿਕਲੇ ਕਿਵੇਂ? ਇਸ ਦੇ ਉੱਤੇ ਗੱਲ ਬਹੁਤ ਘੱਟ ਹੁੰਦੀ ਹੈ। ਤੇ ਇਹਨਾਂ ਸਮੱਸਿਆਵਾਂ ਦੇ ਨਾਲ 2-4 ਹੋਣਾ ਕਿਵੇਂ, ਨਿਕਲਣਾ ਕਿਵੇਂ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਲਗਾਤਾਰ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਕੀ ਉਸ ਦਾ ਮਕਸਦ ਜਿਹੜਾ ਕਾਰਨ ਹੈ ਜਿਹੜਾ ਉਹ ਓਵਰਡੋਜ਼ ਹੈ ਜਾਂ ਵਜ੍ਹਾ ਕੋਈ ਹੋਰ ਹੈ? ਨਕਲੀ ਨਸ਼ੇ ਵੀ ਪ੍ਰਚਲਿਤ ਨੇ, ਚੱਲ ਰਹੇ ਨੇ। ਸਾਰੀ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਵਕਤ ਡਾਕਟਰ ਦਲੇਰ ਸਿੰਘ ਮੁਲਤਾਨੀ ਜੀ ਨੇ, ਜਿਹੜੇ ਇਹਨਾਂ ਮਸਲਿਆਂ ਦੇ ਉੱਤੇ ਬੋਲਦੇ ਨੇ, ਬਾਕੀ ਨਾਲ ਆਪਣੀ ਸੇਵਾ ਤੋਂ ਮੁਕਤ ਹੋ ਕੇ ਹਾਲੇ ਵੀ ਚੈਰੀਟੇਬਲ ਦੇ ਤੌਰ ਤੇ ਕੰਮ ਕਰਦੇ ਨੇ। ਮੁਲਤਾਨੀ ਸਾਹਿਬ, ਬੜੇ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ, ਪਰ ਖਾਸ ਕਰਕੇ ਜਿਹੜਾ ਵਿਸ਼ਾ ਅੱਜ ਦੇ ਸਮੇਂ ਦੀ ਬਹੁਤ ਜ਼ਿਆਦਾ ਲੋੜ ਹੈ, ਮੰਗ ਵੀ ਕਰਦਾ ਕਿ ਇਹਦੇ 'ਤੇ ਚਰਚਾ ਹੋਵੇ। ਜਿਹੜੀਆਂ ਰੋਜ਼ ਸੁਰਖੀਆਂ ਬਣਦੀਆਂ ਕਿ ਅੱਜ ਉੱਥੇ ਸਿਰਿੰਜ ਲੱਗੀ ਸੀ ਤੇ ਮੁੰਡਾ ਮਰ ਗਿਆ, ਕਦੇ ਕੋਈ ਕੁੜੀ ਝੂਲ ਰਹੀ ਹੈ ਨਸ਼ੇ ਦੇ ਵਿੱਚ, ਇਹ ਸਾਰੀ ਸਮੱਸਿਆ ਪਹਿਲੀ ਨਜ਼ਰੇ ਹੈ ਕੀ? ਅਸਲ ਦੇ ਵਿੱਚ ਸਮੱਸਿਆ ਕਿੰਨੀ ਕੁ ਹੈ? ਦਾਇਰਾ ਕੀ ਹੈ ਸਮੱਸਿਆ ਦਾ? ਦੇਖੋ, ਇੱਕ ਗੱਲ ਨੂੰ ਤਾਂ ਆਪਾਂ ਨੂੰ ਦੇਖਣਾ ਪਏਗਾ ਕਿ ਇਹ ਸੰਦੀਪ ਜੀ, ਇਹ ਜਿਹੜੀ ਸਮੱਸਿਆ ਹੈਗੀ ਹੈ ਨਾ, ਇਹ ਅੱਜ ਦੀ ਨਹੀਂ ਹੈ। ਇਸ ਨੂੰ ਤਾਂ ਆਪਾਂ ਕਹਿੰਦੇ ਆ ਕਿ ਇਹ ਈਜ਼ ਓਲਡ ਹੈ। ਮਤਲਬ ਜਦੋਂ ਦੀ ਦੁਨੀਆ ਬਣੀ ਹੋਈ ਹੈ ਉਦੋਂ ਦੇ ਹੀ ਨਸ਼ੇ ਵੀ ਨਾਲ ਹੀ ਬਣੇ ਹੋਏ ਨੇ। ਜਿਵੇਂ ਆਪਾਂ ਕਹਿੰਦੇ ਕ੍ਰਾਈਮ ਵੀ ਨਾਲ ਬਣਿਆ ਹੋਇਆ, ਬਿਮਾਰੀਆਂ ਵੀ ਨਾਲ ਹੀ ਬਣੀਆਂ ਹੋਈਆਂ। ਜਦੋਂ ਬੰਦਾ ਬਣ ਗਿਆ ਤਾਂ ਮਤਲਬ ਉਹਨੇ ਕੁਛ ਨਾ ਕੁਛ ਤਾਂ ਕਰਨਾ ਹੀ ਸੀ। ਪਰ ਫਰਕ ਕੀ ਹੈ ਅੱਜ ਦੀ ਘੜੀ ਤੇ ਪੁਰਾਣੀ 'ਚ? ਅੱਜ ਇੱਥੇ ਆਣ ਕੇ ਜਿਹੜਾ ਸ਼ੋਰ ਮਚਦਾ ਨਾ, ਉਹ ਇਹ ਹੈਗਾ ਕਿ ਪਹਿਲੀ ਗੱਲ ਤਾਂ ਹੈਗਾ ਕਿ ਨਸ਼ਾ ਅਸੀਂ ਉਸ ਚੀਜ਼ ਨੂੰ ਕਹਿੰਦੇ ਆ ਜਿਹੜੀ ਚੀਜ਼ ਲੋੜ ਤੋਂ ਜ਼ਿਆਦਾ ਵਰਤੀ ਜਾਂਦੀ ਹੈ। ਸੋ ਨਸ਼ਾ ਇੱਕ ਇਕੱਲਾ ਸਿਰਫ ਡਰੱਗਸ ਜਾਂ ਕੈਪਸੂਲ ਜਾਂ ਗੋਲੀਆਂ ਜਾਂ ਭੰਗ ਜਾਂ ਚਰਸ ਜਾਂ ਫੀਮ ਦਾ ਨਹੀਂ ਹੁੰਦਾ। ਨਸ਼ਾ ਤੁਹਾਨੂੰ ਖਾਣ ਦਾ ਵੀ ਹੁੰਦਾ ਹੈ, ਨਸ਼ਾ ਤੁਹਾਨੂੰ ਪਾਉਣ ਦਾ ਵੀ ਹੁੰਦਾ, ਨਸ਼ਾ ਤੁਹਾਨੂੰ
ਪੈਸੇ ਦਾ ਵੀ ਹੁੰਦਾ ਹੈ, ਨਸ਼ਾ ਤੁਹਾਨੂੰ ਸੈਕਸ ਦਾ ਵੀ ਹੁੰਦਾ ਹੈ, ਨਸ਼ਾ ਤੁਹਾਨੂੰ ਪਾਵਰ ਦਾ ਵੀ ਹੁੰਦਾ ਹੈ। ਪਰ ਇਹ ਸਾਰੇ ਨਸ਼ੇ ਜਿਹੜੇ ਹੈਗੇ ਨੇ ਉਹਦਾ ਸਿਰਫ ਮਤਲਬ ਇੰਨਾ ਹੀ ਨਿਕਲਦਾ ਕਿ ਜਦੋਂ ਲੋੜ ਤੋਂ ਜ਼ਿਆਦਾ। ਹੁਣ ਅੱਜ ਜਿੱਥੇ ਅਸੀਂ ਖੜੇ ਆ ਨਾ ਜਿਹੜੇ ਹੈਗੇ ਆ, ਕਿਉਂ ਆਪਾਂ ਦੁਖੀ ਕਿਉਂ ਹੋਏ ਫਿਰਦੇ ਹਾਂ? ਜਿਸ ਤਰ੍ਹਾਂ ਮੈਂ ਵਰਡ ਯੂਜ਼ ਕੀਤਾ ਕਿ ਸ਼ੁਰੂ ਤੋਂ ਸੀਗਾ, ਲੇਕਿਨ ਅੱਜ ਕਿਉਂ ਦੁਖੀ ਹੋ ਗਿਆ ਸੀ? ਉਹ ਦੁਖੀ ਇਸ ਕਰਕੇ ਹੋਏ ਫਿਰਦੇ ਆ ਕਿ ਜੋ ਅੱਜ ਨਸ਼ੇ ਵਰਤੇ ਜਾ ਰਹੇ ਨੇ ਵਿੱਚ ਜਿਹੜੇ ਹੈਗੇ ਆ, ਇਹ ਨਸ਼ੇ ਬਹੁਤ ਹੀ ਘਾਤਕ ਸਿੱਧ ਹੋ ਰਹੇ ਨੇ। ਦੇਖੋ, ਨਸ਼ੇ ਸੀਗੇ 3 ਕਿਸਮ ਦੇ। ਸਭ ਤੋਂ ਪਹਿਲਾਂ ਅਸੀਂ ਮੰਨ ਕੇ ਚੱਲਦੇ ਹੁੰਦੇ ਸੀ ਟ੍ਰੈਡੀਸ਼ਨਲ ਨਸ਼ਾ ਹੁੰਦਾ ਸੀ, ਜਿਹਦੇ 'ਚ ਫੀਮ ਦੀ ਗੱਲ ਕਰਦੇ ਸੀ, ਡੋਡੇ, ਭੰਗ, ਇਹ ਜਿਹੜੀ ਇਸ ਦੀ ਗੱਲ ਕਰਦੇ ਸੀ। ਇਹਨੂੰ ਅਸੀਂ ਮੰਨ ਕੇ ਚੱਲਦੇ ਹਾਂ 3 ਵਾਰੀ, ਕਿਉਂਕਿ ਮੈंने ਕਾਫੀ ਵਾਰੀ ਬੋਲਿਆ ਵੀ 3 ਹਿੱਸਿਆਂ 'ਚ ਡਿਵਾਈਡਡ ਹੈ ਨਸ਼ੇ ਜਿਹੜੇ ਹੈਗੇ ਨੇ। ਪਹਿਲਾ ਇਹੀ ਸੀਗਾ ਟ੍ਰੈਡੀਸ਼ਨਲ ਨਸ਼ੇ। ਇਹ ਨਸ਼ੇ ਸੀਗੇ 80 ਦੇ ਆਸੇ-ਪਾਸੇ ਤੱਕ ਜ਼ਿਆਦਾ ਸੀ। ਫਿਰ ਇਹਨਾਂ ਦੇ ਵਿੱਚ ਐਡ ਅਪ ਹੋ ਗਏ ਮੈਡੀਕਲ ਨਸ਼ੇ, ਜਿਹਦੇ ਬਾਰੇ ਸਰਕਾਰ ਨੇ ਕੋਈ ਅੱਜ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ, ਜਿਹਦੇ 'ਚ ਆਪਾਂ ਕਹਿੰਦੇ ਹਾਂ ਕਿ ਤੁਹਾਡੇ ਗੋਲੀਆਂ, ਟੀਕੇ, ਕੈਪਸੂਲਸ ਜਿਹੜੇ ਸੀਗੇ, ਉਹਦੇ 'ਤੇ ਕੋਈ ਐਕਸ਼ਨ ਨਹੀਂ ਲਿਆ ਸਰਕਾਰ ਨੇ। ਇਸਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ। ਥਰਡ ਪਾਰਟ ਸੀ ਉਹਦਾ ਜਿਹੜਾ ਸਿੰਥੈਟਿਕ ਨਸ਼ਾ ਸੀਗਾ। ਥਰਡ ਜਿਹੜਾ ਸਿੰਥੈਟਿਕ ਨਸ਼ਾ ਸੀਗਾ, ਉਹ ਨਸ਼ਾ ਜਿਹੜਾ ਹੈਗਾ ਉਹ ਅਸੀਂ ਮੰਨ ਕੇ ਚੱਲਦੇ ਹਾਂ 2000 ਤੋਂ ਬਾਅਦ 'ਚ ਆਇਆ, ਜਿਹਦੇ 'ਚ ਜਿਹੜੇ ਖਾਸ ਕਰਕੇ ਇਹ ਜਿਹੜੇ ਲੀਡਰ ਸੀਗੇ, ਸਿਆਸੀ ਲੀਡਰ ਖਾਸ ਕਰਕੇ, ਉਹ ਫਿਰ ਉਹਨਾਂ ਦੇ ਅੱਗੇ ਚੇਲੇ ਆ ਗਏ ਨਾ ਵਿੱਚ ਜਿਹੜੇ ਹੈਗੇ ਆ, ਤਸਕਰ ਆ ਗਏ ਫਿਰ ਵਿੱਚ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਇੰਨੀ ਕੁ ਲੁੱਟ ਖਸਾਈ ਕੀਤੀ ਹੈ ਕਿ ਇਹਨਾਂ ਨੇ ਦੇਸ਼ ਦੀ ਜਿਹੜੀ ਜਾਂ ਸਮਾਜ ਦੀ ਜਾਂ ਸਟੇਟ ਦੀ ਜਿਹੜੀ ਜਵਾਨੀ ਸੀ ਉਸ ਨੂੰ ਬਿਲਕੁਲ ਖ਼ਤਮ ਕਰ ਦਿੱਤਾ। ਇੱਕ ਹੋਰ ਵੱਡੀ ਗੱਲ ਵੀ ਹੋਈ ਹੈ ਉਹਦੇ 'ਚ, ਜਿਹਨੂੰ ਅਸੀਂ ਅਨਐਮਪਲੋਇਮੈਂਟ ਤਾਂ ਕਹਿੰਦੇ ਆ। ਉਹ ਤਾਂ ਠੀਕ ਹੈ, ਮੰਨ ਲਿਆ ਅਸੀਂ ਅਨਐਮਪਲੋਇਮੈਂਟ, ਪਰ ਉਸ ਤੋਂ ਵੱਡਾ ਵੀ ਇੱਕ ਜਿਹੜਾ ਪਿੱਛੇ ਜੇ ਕੋਈ ਰਿਸਰਚ ਵੀ ਹੋਈ ਹੈ ਉਸ ਗੱਲ ਦੇ ਉੱਤੇ। ਡਾਕਟਰ ਘੁੰਮਣ ਹੈਗੇ ਆ, ਜੇ ਤੁਹਾਨੂੰ ਯਾਦ ਹੋਵੇ, RS ਘੁੰਮਣ, ਰਣਜੀਤ ਸਿੰਘ ਘੁੰਮਣ ਇਕੋਨੋਮਿਸਟ ਹੈਗੇ ਆ, ਪ੍ਰੋਫੈਸਰ ਐਮੀਰੇਟਸ ਹੈਗੇ ਆ ਇਕੋਨੋਮਿਕਸ ਦੇ। ਉਹਨਾਂ ਨੇ ਵੀ ਉਹਨਾਂ ਦੀ ਟੀਮ ਨੇ ਵੀ ਇੱਕ ਰਿਪੋਰਟ ਜਿਹੜੀ ਹੈਗੀ ਤਿਆਰ ਕੀਤੀ ਸੀ। ਉਹਦੇ 'ਚ ਇਹ ਵੀ ਗੱਲ ਆਈ ਹੈ ਕਿ ਨਸ਼ੇ ਜਿਹੜੇ ਹੈਗੇ ਨੇ ਇਹ ਅਮੀਰ ਬੰਦੇ ਵੀ ਕਰਦੇ ਆ, ਔਰ ਕਾਫੀ ਵੱਡੀ ਅਮਾਊਂਟ 'ਚ ਕਰਦੇ ਆ। ਜਿਹੜੇ ਛੋਟੇ ਆ ਉਹ ਵੀ ਕਰਦੇ ਆ, ਲੇਕਿਨ ਅਮੀਰ ਜ਼ਿਆਦਾ ਕਰਦੇ ਆ। ਉਹਦਾ ਫਿਰ ਮਤਲਬ ਇਹ ਨਿਕਲਦਾ ਕਿ ਪੰਜਾਬ ਦੇ ਵਿੱਚ ਇੱਕ ਦੌਰ ਜਿਹੜਾ ਹੈਗਾ ਫੋਰਨ ਵਾਲਾ ਚੱਲਿਆ, 80 ਤੋਂ ਬਾਅਦ ਜ਼ਿਆਦਾ ਚੱਲਿਆ। ਪਹਿਲਾਂ ਜਿਹੜਾ ਸੀਗਾ ਉਹ ਦੁਆਬੇ ਦਾ ਕੁਛ ਪਾਰਟ ਸੀਗਾ, ਲੇਕਿਨ ਜਿਵੇਂ ਹੁਣ ਜਿੱਥੇ ਮੇਰਾ ਏਰੀਆ ਹੈਗਾ ਉਹ 85 ਦੇ ਆਸੇ-ਪਾਸੇ ਬਾਹਰ ਜਾਣਾ ਸ਼ੁਰੂ ਹੋਇਆ। ਜਿਹੜਾ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਪਾਰਟ ਹੈ, ਜਾਂ ਕਪੂਰਥਲਾ ਦਾ ਪਾਰਟ ਹੈ, ਜਾਂ ਗੁਰਦਾਸਪੁਰ ਦਾ ਪਾਰਟ ਹੈ, ਉਹ ਜਿਹੜਾ ਪੈਸਾ ਸੀਗਾ ਨਾ ਬਾਹਰ ਵਾਲਾ ਆਇਆ, ਉਹਨੇ ਲੋਕਾਂ ਨੂੰ ਵੈਸੇ ਵੀ ਘਰਾਂ 'ਚ ਵਿਹਲਾ ਕੀਤਾ ਹੋਇਆ। ਤੇ ਵਿਹਲਾ ਬੰਦਾ ਕੀ ਕਰੇਗਾ? ਨਸ਼ੇ ਕਰੇਗਾ। ਸੋ ਇਹ ਇੱਕ ਬਹੁਤ, ਇਹ ਸਰਕਾਰ ਨੂੰ ਸ਼ੁਰੂ ਤੋਂ ਸੋਚਣ ਦੀ ਜ਼ਰੂਰਤ ਸੀ, ਲੇਕਿਨ ਸਰਕਾਰ ਤਾਂ ਸੋਚ ਨਹੀਂ ਰਹੀ। ਸੋ ਜਿਸ ਤਰ੍ਹਾਂ ਤੁਸੀਂ ਪੁੱਛਿਆ ਨਾ ਵੀ ਅੱਜ ਕਿਉਂ ਹੋਇਆ, ਅੱਜ ਇਹ ਸਾਰੇ ਕਾਰਨ ਬਣ ਗਏ। ਵਿਹਲੜਪਣ ਬਣ ਗਿਆ, ਪਾਪੂਲੇਸ਼ਨ ਜ਼ਿਆਦਾ ਹੋ ਗਈ, ਪੈਸੇ ਤੁਹਾਡੇ ਕੋਲ ਜ਼ਿਆਦਾ ਆ ਗਏ, ਤੇ ਫਿਰ ਜਿਹਦੇ ਕੋਲ ਜ਼ਿਆਦਾ ਪੈਸੇ ਉਹਨੇ ਕਰਨਾ ਕੀ ਸੀ? ਉਹਨੇ ਇਹੀ ਕੁਛ ਤਾਂ ਕਰਨਾ ਸੀ। ਪਰ ਕਈ ਗਰੀਬ ਘਰਾਂ ਦੇ ਘਰ ਜਿਹੜੇ 70 ਲਗਾਤਾਰ ਵਿਛ ਰਿਹਾ। ਇੱਕ ਲੰਬੀ ਦੀ ਤਾਜ਼ਾ ਉਦਾਹਰਨ ਹੈ, ਮਾਤਾ ਰੋਕ ਲਾ ਰਹੀ ਹੈ, 2 ਪੁੱਤਰ ਨਸ਼ੇ ਦੇ ਹੜ 'ਚ ਵੜ ਗਏ ਔਰ ਹਮੇਸ਼ਾ ਲਈ ਚਲੇ ਗਏ। ਤੀਜਾ ਕਹਿੰਦੇ ਕਗਾਰ ਦੇ ਉੱਤੇ, ਘੱਟੋ ਘੱਟ ਇਹ ਤਾਂ ਬਚਾ ਲਓ। ਉਹ ਨਹੀਂ, ਇੱਕ ਕੇਸ ਪੰਜਾਬ 'ਚ ਅਣਗਿਣਤ ਨੇ। ਬਿਲਕੁਲ, ਉਹਦੇ 'ਚ ਘਰਾਂ ਦੇ ਘਰ ਉਜੜੇ ਜੀ, ਔਰ ਘਰਾਂ ਦੇ ਘਰ ਜਿਹੜੇ ਹੈਗੇ ਆ, ਇਹਦੇ 'ਚ ਸੰਦੀਪ ਜੀ ਜਿਹੜੇ ਡਾਇਰੈਕਟ, ਜਦੋਂ ਆਪਾਂ ਕਹਿੰਦੇ ਆ ਓਵਰਡੋਜ਼, ਆਪਾਂ ਵਰਡ ਯੂਜ਼ ਕਰ ਲੈਣਾ, ਇਹ ਓਵਰਡੋਜ਼ ਨਹੀਂ ਹੈਗੀ। ਵੈਸੇ ਮੈਂ ਤੁਹਾਨੂੰ ਦੂਜੀ ਗੱਲ ਕਰਨ ਲੱਗਿਆ ਸੀ, ਆਪਾਂ ਤਾਂ ਸਿਰਫ ਅਜੇ ਚਿੱਟੇ 'ਤੇ ਫਸੇ ਹੋਏ ਆ। ਅਸਲ 'ਚ ਇਹ 3 ਕਿਸਮ ਦੇ ਨਸ਼ੇ ਜਿਹੜੇ ਨੇ ਇਹ ਪੂਰੇ ਜ਼ੋਰਾਂ 'ਤੇ ਆਏ, ਚਾਹੇ ਉਹ ਟ੍ਰੈਡੀਸ਼ਨਲ ਨਸ਼ੇ ਹੋਣ, ਚਾਹੇ ਉਹ ਮੈਡੀਕਲ ਨਸ਼ੇ ਹੋਣ, ਚਾਹੇ ਉਹ ਜਿਹੜੇ ਹੈਗੇ ਤੁਹਾਡੇ ਸਿੰਥੈਟਿਕ ਨਸ਼ੇ ਹੋਣ। ਲੇਕਿਨ ਸਵਾਲ ਇਹ ਹੈਗਾ ਕਿ ਇਹਦੇ 'ਚ ਡਾਇਰੈਕਟ ਮੌਤਾਂ ਤਾਂ ਹੋਈਆਂ ਹੀ ਆ, ਇਨਡਾਇਰੈਕਟ ਜਿਹੜੀਆਂ ਹੋਈਆਂ ਨੇ, ਤੁਹਾਨੂੰ ਪਤਾ ਕਿ ਜਿਹੜਾ ਹੈਗਾ HIV ਏਡਸ ਜਿਹੜੀ ਹੈਗੀ ਆ ਉਹ 20-25% ਮੰਨੀ ਜਾਂਦੀ ਹੈ ਜੇ ਤੁਹਾਡੇ ਜਿਹੜੇ ਇੰਜੈਕਟੇਬਲ ਡਰੱਗਸ ਯੂਜ਼ਰਸ ਨੇ। ਇੱਦਾਂ ਹੀ ਹੈਪੇਟਾਈਟਿਸ C ਹੈਗੀ, ਜਿਹੜੇ ਕਿ ਆਪਣੇ ਆਪ ਵਿੱਚ ਹੀ ਘਾਤਕ ਨੇ। ਸੋ ਡਾਇਰੈਕਟ ਮੌਤਾਂ ਵੀ ਹੋਈਆਂ ਨੇ ਤੇ ਇਨਡਾਇਰੈਕਟ ਵੀ ਹੋਈਆਂ ਨੇ। ਹੁਣ ਮੈਨੂੰ ਐਕਚੁਅਲੀ ਜਿੱਦਾਂ ਤੁਸੀਂ ਓਵਰਡੋਸ ਵਾਲੀ ਗੱਲ ਕੀਤੀ ਹੈ, ਇਹ ਓਵਰਡੋਸ ਜਿਹੜੀ ਹੈਗੀ ਗੱਲ ਜੀ ਨਾ, ਉਹ ਜ਼ਿਆਦਾ ਸਮਝ ਨਹੀਂ ਲੱਗਦੀ, ਕਿਉਂਕਿ ਇਹ ਲੇਮੈਨਸ ਟਰਮ ਹੈ, ਜਿਹਦੇ 'ਚ ਜਿਹੜੇ ਖਾਸ ਕਰਕੇ ਪੁਲਿਸ ਵਾਲੇ ਜਦੋਂ ਆਪਣੇ ਕੋਲੋਂ ਲਾਉਂਦੇ ਨਹੀਂ, ਮਗਰੋਂ ਲਾ ਦਿਓ, ਤਾਂ ਉਹਨਾਂ ਨੇ ਇਹ ਗੱਲ ਕਹਿਣੀ ਹੁੰਦੀ ਆ ਕਿ ਬਸ ਜੀ ਬੰਦਾ ਨਹੀਂ ਲੱਭਿਆ ਜੀ, ਜਿਵੇਂ ਚੋਰੀ ਚਾਰੀ ਹੋ ਜਾਏ, ਕਹਿੰਦੇ ਬੰਦਾ ਨਹੀਂ ਲੱਭਿਆ ਜੀ। ਇੱਥੇ ਕਹਿਣਗੇ ਜੀ ਉਹਨੇ ਓਵਰਡੋਜ਼, ਉਹਨੂੰ ਓਵਰਡੋਜ਼ ਨਹੀਂ ਹੁੰਦੀ ਅਸਲ 'ਚ, ਉਹਦੇ ਮਲਟੀਪਲ ਰੀਜ਼ਨਸ ਹੁੰਦੇ ਆ। ਜਿਹੜੇ ਲੋਕ ਤੁਸੀਂ ਦੇਖਿਆ ਜਦੋਂ ਵੀ ਕਿਤੇ ਮਰਿਆ ਹੁੰਦਾ ਤੇ ਸਿਰਿੰਜ ਫਸੀ ਹੋਈ ਦਿਸਰ ਹੁੰਦੀ, ਉਹ ਸਿਰਿੰਜ ਜਿਹੜੀ ਹੈਗੀ ਆ ਅਸਲ 'ਚ ਨਾੜ ਦੇ ਵਿੱਚ ਫਸੀ ਹੁੰਦੀ ਹੈ। ਮਤਲਬ ਇਹ ਹੈਗਾ ਕਿ ਜਦੋਂ ਤੁਸੀਂ ਉਹਨੂੰ ਟੀਕੇ ਨੂੰ, ਕੋਈ ਦਵਾਈ ਨੂੰ ਘੋਲ ਕੇ, ਕਿਉਂਕਿ ਉਹਨਾਂ ਕੋਲ ਦੂਜੇ ਟੀਕੇ ਤਾਂ ਅੱਜ ਕੱਲ੍ਹ ਘੱਟ ਮਿਲਦੇ ਆ, ਲੇਕਿਨ ਜਿਹੜੀ ਇਹ ਚਿੱਟਾ ਮਿਲਦਾ ਹੈ ਜਾਂ ਬੁਪਰੀਨੋਰਫਿਨ ਵਾਲੀਆਂ ਗੋਲੀਆਂ ਮਿਲਦੀਆਂ ਨੇ, ਜਾਂ ਇੱਕ ਹੋਰ ਫੈਂਟਾਨਿਲ ਆਉਣ ਲੱਗ ਗਈ ਸੀ, ਜਾਂ ਉਹ ਚਰਸ ਜਿਹੜੀ, ਉਹ ਸਾਰੀ ਜਿਹੜੀ ਹੈਗੀ ਨਾ, ਜਦੋਂ ਉਸ ਨੂੰ ਉਹ ਨਾੜ ਦੇ ਵਿੱਚ ਸਿੱਧਾ ਲਾਉਂਦੇ ਆ ਤਾਂ ਉਹ ਅਸਲ 'ਚ ਪਾਊਡਰ ਜਿਹਾ ਹੁੰਦਾ ਹੈ, ਉਹ ਤੁਹਾਡੇ ਕਿਸੇ ਵੀ ਸਿਸਟਮ ਨੂੰ ਯਕਦਮ ਬੰਦ ਕਰ ਸਕਦਾ ਹੈ।
ਔਰ ਇਸ ਕਰਕੇ ਆਪਾਂ ਜਿਹੜੀਆਂ ਨਾੜ 'ਚ ਜਦੋਂ ਵੀ ਕਿਤੇ ਟੀਕਾ ਲਾਉਂਦੇ ਤੁਸੀਂ ਡਾਕਟਰਾਂ ਨੂੰ ਦੇਖੋ ਬਹੁਤ ਹੌਲੀ ਹੌਲੀ ਜਿਹਾ ਕਰਕੇ ਲਾਉਂਦੇ ਨੇ। ਇਹ ਤਾਂ ਲਾਉਂਦੇ ਸਿੱਧਾ ਹੀ ਤੇ ਪਤਾ ਨਹੀਂ ਕੀ ਗੰਦ-ਮੰਦ ਲਾਉਂਦੇ ਆ ਔਰ ਇਹ ਵੀ ਨਹੀਂ ਪਤਾ ਫਿਰ ਕਿੱਥੋਂ ਫਿਰ ਸਿਰਿੰਜ ਚੱਕੀ ਤੇ ਉਹਦੇ ਨਾਲ ਠੋਕ ਦਿੱਤਾ ਵਿੱਚ। ਇਹਦਾ ਅਸਰ ਸਿੱਧਾ ਹਾਰਟ ਤੇ ਛੇਤੀ ਪਹੁੰਚ। ਉਹ ਇਸ ਕਰਕੇ ਹੋਣਾ ਕਿਉਂਕਿ ਤੁਸੀਂ ਦੇਖੋ ਨਾ ਵੀ ਜਿਹੜਾ ਹਾਰਟ ਹੈ ਆਪਣਾ ਉਹ ਐਵਰੇਜ 72 ਟਾਈਮ 1 ਮਿੰਟ 'ਚ ਕਰਦਾ ਹੈ ਤੇ ਇਹਦਾ ਮਤਲਬ ਤੁਸੀਂ ਲਾਈ ਨਹੀਂ ਤੇ ਤੁਹਾਡੇ ਸਰੀਰ ਦੇ ਅੰਦਰ ਘੁੰਮਿਆ ਨਹੀਂ ਸਾਰਾ ਕੁਝ ਵਿੱਚ ਜਿਹੜੀ ਹੈਗਾ। ਮੈਂ ਪਿੱਛੇ ਜਿਹਨੇ ਇੱਕ ਗੱਲ ਨਾਲ ਚਲਦੇ ਗੱਲ ਕਰ ਰਿਹਾ ਸੀਗਾ ਜਿਵੇਂ ਸੱਪ ਦਾ ਕੱਟੇ ਦੀ ਆਪਾਂ ਹੈਗੀ ਹੈ ਨਾ, ਜੇ ਸੱਪ ਨੇ ਕੱਟ ਦਿੱਤਾ ਤੁਸੀਂ ਉਹਨੂੰ ਉੱਪਰ ਬੰਨੀ ਫਿਰਦੇ ਹੋ, ਬੰਨਣ ਦਾ ਫਾਇਦਾ ਕੋਈ ਨਹੀਂ ਕਿਉਂਕਿ ਇੱਕ ਵਾਰੀ ਜਦੋਂ ਉਹ ਵਿੱਚ ਵੜ ਗਿਆ ਉਹ ਤਾਂ 1 ਸੈਕਿੰਡ 'ਚ ਤਾਂ ਉਹਨੇ ਸਾਰੀ ਸਰੀਰ 'ਚ ਘੁੰਮ ਜਾਣਾ। ਤਾਂ ਇੱਥੇ ਕੋਈ ਬੰਨ ਕੇ ਕੀ ਕਰੋਗੇ ਤੁਸੀਂ ਵਿੱਚ। ਸੋ ਇਹਦੇ 'ਚ ਜਿਹੜੀ ਚੀਜ਼ ਆਪਾਂ IV ਲਗਾਉਂਦੇ ਆ ਮਤਲਬ ਇੰਟਰਾਵੀਨਸ ਲਾਉਂਦੇ ਆ ਜਾਂ ਨਾੜ 'ਚ ਲਾਉਂਦੇ ਆ ਉਹਦੇ ਨਾਲ ਚਾਹੇ ਉਹਦੀ ਓਵਰਡੋਜ਼ ਵੀ ਲਿਮਟਡ ਹੋਵੇ ਤਾਂ ਵੀ ਮਰਨ ਦੇ ਚਾਂਸਸ ਰਹਿੰਦੇ ਆ। ਜਿਵੇਂ ਸਾਡੇ ਕੋਲ ਨਾ ਇੰਜੈਕਸ਼ਨ ਕੰਪੋਜ਼ ਹੁੰਦਾ ਜਿਹੜਾ ਆਪਾਂ ਨੀਂਦ ਵਾਸਤੇ ਲਾਉਂਦੇ ਆ, ਜੇ ਉਹਨੂੰ ਤੁਸੀਂ ਫਾਸਟ ਲਾ ਦਿਓ ਨਾ ਤਾਂ ਉਹਦੀ ਹਾਰਟ ਬੰਦ ਹੋ ਜਾਂਦਾ। ਤਾਂ ਇਸ ਕਰਕੇ ਇਹ ਹੈਗਾ ਕਿ ਇਹ ਓਵਰਡੋਜ਼ ਨਹੀਂ, ਇਹ ਅਲਟੀਮੇਟਲੀ ਉਹੀ ਜਿਹੜਾ ਕਰੂਡ ਮੈਥਡ ਹੈਗਾ ਤੇ ਨਾੜ ਦੇ ਵਿੱਚ ਲਾਉਣਾ ਤੇ ਉਹਦੇ ਕਰਕੇ 10 ਜਿਹੜੀਆਂ ਹੈਗੀਆਂ ਨੇ ਉਹ ਹੋ ਰਹੀਆਂ। ਉਹਨਾਂ ਨੂੰ ਓਵਰਡੋਜ਼ ਕਹਿ ਕੇ ਲੋਕੀ ਜਿਹੜੇ ਹੈਗੇ ਸਾਥੀ ਕੋਈ ਓਵਰਡੋਜ਼ ਦੀ ਕੋਈ ਡੈਫੀਨੇਸ਼ਨ ਨਹੀਂ ਬਣਦੀ। ਜਦੋਂ ਸਮੱਸਿਆ ਦਾ ਹੱਲ ਨਾ ਕਰਨਾ ਹੋਵੇ ਖਾਸ ਕਰਕੇ ਸਿਆਸਤਦਾਨਾਂ ਦੇ ਹੁੰਦਾ ਕਿ ਕੋਈ ਨਾ ਕੋਈ ਸ਼ਗੂਫਾ ਐਸਾ ਜਿਹਾ ਛੱਡੋ ਕਿ ਲੋਕਾਂ ਦਾ ਧਿਆਨ ਇਸ ਪਾਸੇ ਹੋ ਜੇ, ਉਧਰ ਨਾ ਧਿਆਨ ਸੋਚਣ। ਬਹੁਤ ਸਾਰੀਆਂ ਖੇਪਾਂ ਤਾਂ ਫੜੀਆਂ ਜਾ ਰਹੀਆਂ, ਕਈ ਕਰੋੜਾਂ ਦੀ ਸੁਰਖੀ ਲੱਗਦੀ ਹੈ ਕਿ ਇਸ ਵਾਰ 2023 ਚ ਸਭ ਤੋਂ ਵੱਡੀ ਜਿਹੜੀ ਬਰਾਮਦਗੀ ਹੋਈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਤੁਸੀਂ ਸਮਝਦੇ ਹੋ ਸੱਚਾਈ ਕਿੰਨੀ ਹੁੰਦੀ ਹੈ? ਨਹੀਂ ਸੱਚਾਈ ਜੀ ਕੁਝ ਨਹੀਂ ਹੁੰਦੀ। ਇਹਨਾਂ ਦਾ ਕਰਦੇ ਕੀ ਹੈ, ਚੀਜ਼ ਹੁੰਦੀ ਹੈ 5 ਰੁਪਏ ਦੀ ਤੇ ਉਹਦਾ ਇੰਟਰਨੈਸ਼ਨਲ ਜਿਹੜਾ ਹੈਗਾ ਰੇਟ ਪਾ ਦਿੰਦੇ ਤੇ ਉਹਦਾ ਦੱਸਦਾ। ਪਿੱਛੇ ਜੇ ਨਹੀਂ ਹੋਇਆ ਕਹਿੰਦੇ ਸੀ ਪਤਾ ਨਹੀਂ 77 ਕਿਲੋ ਫੜੀ ਉੱਥੋਂ ਤੇ 400 ਕਰੋੜ ਉਹਦਾ ਰੇਟ ਬਣਾਤਾ। ਉਹ ਇਦਾਂ ਥੋੜੀ ਹੁੰਦਾ ਕੁਝ ਵੀ ਜਿਹੜਾ ਹੈਗਾ। ਉਹ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ 400 ਕਰੋੜ ਕਹਿਣ ਦੀ ਇਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ। ਉਹਦੇ 'ਚ ਤੁਸੀਂ ਵੀ ਦੇਖਦੇ ਹੋ ਕਿ ਜਿਹੜੀ ਚੀਜ਼ ਨੂੰ ਜਿਹੜੀ ਜਦੋਂ ਪੁਲਿਸ ਫੜ ਲੈਂਦੀ ਹੈ ਉਸ ਨੂੰ ਕੋਈ ਵੇਚਿਆ ਨਹੀਂ ਜਾਂਦਾ, ਉਹ ਤਾਂ ਡਿਸਟਰੋਏ ਕਰ ਦਿੱਤੀ ਜਾਂਦੀ ਹੈ। ਤਾਂ ਉਹਦਾ ਰੇਟ ਪਾਉਣ ਦਾ ਕੀ ਮਤਲਬ ਹੋਇਆ? ਇਹ ਤਾਂ ਫਿਰ ਭਗਵੰਤ ਮਾਨ ਵਾਲੀ ਗੱਲ ਹੋ ਗਈ ਨਾ ਕਿ ਅਸੀਂ ਆ ਜਿਹੜਾ ਦੇਖੋ ਜੀ ਚੰਡੀਗੜ੍ਹ ਦੇ ਇੱਧਰਲੇ ਪਾਸੇ ਅਸੀਂ ਜਿਹੜੇ ਹੈਗੇ ਆ ਜ਼ਮੀਨਾਂ ਦੇ ਕਬਜ਼ੇ ਕਰ ਲਏ, ਹੁਣ ਸਾਨੂੰ 300 ਕਰੋੜ ਆ ਜਾਣਾ। ਇੱਦਾਂ ਥੋੜ੍ਹੀ ਆਉਂਦਾ ਵਿੱਚ। ਇਹ ਤਾਂ ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ ਗੱਲਾਂ ਨੇ। ਮੈਂ ਇੱਕ ਟਾਈਟਲ ਜਿਹੜਾ ਜਰਾ ਸੋਚੋ ਜਦੋਂ ਲਿਖਦਾ ਨਾ, ਮੈंने ਅੱਜ ਵੀ ਲਿਖਿਆ ਸੀਗਾ ਕਿ ਤੁਹਾਡੇ ਕੋਲ ਹੈਲਥ ਦੀ ਪਾਲਿਸੀ ਹੈ ਨਹੀਂ ਕੋਈ ਵੀ। ਕੋਵਿਡ ਦੇ ਦੌਰਾਨ ਤੁਸੀਂ ਦੇਖੋ 1897 ਵਾਲੀ ਪਾਲਿਸੀ ਵਰਤਦੇ ਰਹੇ ਜੀ। 1897 ਚ ਜਦੋਂ ਪਲੇਗ ਫੈਲੀ ਸੀ ਉਹਦੀ ਪਾਲਿਸੀ ਵਰਤਦੇ ਰਹੇ ਆ। 1897 ਦਾ ਤਾਂ ਹੁਣ ਦਾ ਅੱਜ ਲਾਗੂ ਕਿਵੇਂ ਕਰਾਂਗੇ ਅਸੀਂ? 2005 ਦੇ ਵਿੱਚ ਜਿਹੜਾ ਇੱਕ ਡਿਜ਼ਾਸਟਰ ਮੈਨੇਜਮੈਂਟ ਐਕਟ ਬਣਿਆ ਸੀਗਾ ਉਹ ਹੈਗਾ ਤੂਫਾਨ, ਹੜ੍ਹ, ਭੂਚਾਲ ਤੇ ਉਹਦੇ 'ਚ ਸਿਹਤ ਵਾੜ ਦਿੱਤੀ। ਤੇ ਇਸੇ ਕਰਕੇ ਫਿਰ ਇਹਨਾਂ ਨੇ ਸਾਰਾ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਜਾਂ ਤਾਂ ਪੁਲਿਸ ਨੂੰ ਦਿੱਤੀ ਹੋਈ ਸੀ, ਤੁਸੀਂ ਦੇਖਿਆ ਇਸ ਕੋਵਿਡ ਦੇ ਦੌਰਾਨ, ਜਾਂ ਫਿਰ ਇਹ ਜਿਹੜੇ DCBC ਜੋ ਵੀ ਹੈਗੇ ਲੱਟਮ ਪੱਟਮ ਮੈਨੂੰ ਨਹੀਂ ਪਤਾ ਕੀ ਹੈਗੇ। ਲੋਕ ਵਾਹ ਕਰ ਰਹੇ ਸੀ ਪੁਲਿਸ ਵਾਲੇ ਸੇਵਾ ਹੀ ਬਹੁਤ ਕਰਦੇ ਆ ਕੋਵਿਡ ਦਾ। ਫੋਟੋ ਖਿਚਾਈਆਂ ਸੀਗੀਆਂ, ਫੋਟੋਆਂ ਨਾਲ ਬਿਮਾਰੀਆਂ ਨਹੀਂ ਠੀਕ ਹੁੰਦੀਆਂ। ਇਸੇ ਕਰਕੇ ਅਸੀਂ ਗਲਤ ਚਲੇ ਗਏ ਨਾ ਉਦੋਂ ਜੀ। ਇਹ ਤਾਂ ਚੰਗੀ ਗੱਲ ਹੈ ਕਿ ਚੰਗੀ ਸਾਡੀ ਕਿਸਮਤ ਹੈ ਕਿ ਅਸੀਂ ਕੋਵਿਡ ਤੋਂ ਬਚ ਗਏ, ਨਹੀਂ ਤੇ ਇਹਨਾਂ ਨੇ ਤੁਹਾਨੂੰ ਪੂਰੀ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਤੁਸੀਂ ਪੁਲਿਸ ਵਾਲੇ ਕੋਲੋਂ ਜਾਂ SDM ਕੋਲੋਂ ਜਾਂ DC ਕੋਲੋਂ ਕੀ ਲਓਗੇ ਵਿੱਚ? ਉਹਨਾਂ ਨੂੰ ਕੀ ਪਤਾ ਬਿਮਾਰੀ ਕੀ ਹੁੰਦੀ ਹੈ? ਇਸੇ ਕਰਕੇ ਤਾਂ ਹੋਇਆ। ਮਰੀਜ਼ ਨਹੀਂ ਸੀ, ਉਹਨਾਂ ਨੂੰ ਮੁਜਰਮ ਬਣਾ ਕੇ ਅੰਦਰ ਡੱਕਿਆ ਹੋਇਆ ਸੀਗਾ, ਬਾਹਰ ਨਹੀਂ ਸੀ ਨਿਕਲਦੇ ਤੇ। ਉਦੋਂ ਇਹ ਮੰਨਿਆ ਗਿਆ ਕਿ ਬਹੁਤ ਸਾਰੇ ਲੋਕਾਂ ਦੀ ਡੈਥ ਨਾ ਟ੍ਰੀਟਮੈਂਟ ਕਰਕੇ ਹੋਈ ਹੈ, ਉਹਨਾਂ ਨੂੰ ਡਾਕੀ ਉੱਥੇ ਦਿੱਤਾ। ਮਤਲਬ ਤੁਸੀਂ ਜਦੋਂ ਗਲਤੀ ਮਿਸਗਾਈਡ ਹੀ ਸਾਰਾ ਕੁਝ ਕਰਤਾ। ਹੁਣ ਇਹ ਜਿੱਥੇ ਆਪਾਂ ਗੱਲ ਕਰ ਰਹੇ ਸੀ ਸਪੈਸੀਫਿਕਲੀ ਜਦੋਂ ਆਪਾਂ ਨਸ਼ਿਆਂ ਦੀ ਗੱਲ ਕਰਦੇ ਹਾਂ ਇਹਦੇ 'ਚ ਸੰਦੀਪ ਜੀ, ਕਿਉਂਕਿ ਮੈਂ ਵਿੱਚ ਡਾਇਰੈਕਟਲੀ ਇਨਵੋਲਵਡ ਰਿਹਾ, ਤੁਸੀਂ ਦੇਖੋ ਕਿ ਇਹ 2014 ਤੋਂ ਬਾਅਦ ਇੱਕ ਪਾਲਿਸੀ ਜੀ ਮਾੜੀ ਮੋਟੀ ਨੇ ਬਣਾਉਣੀ ਸ਼ੁਰੂ ਕੀਤੀ ਸੀ। ਉਹ ਪਾਲਿਸੀ ਜਿਹੜੀ ਹੈਗੀ ਇਹਨਾਂ ਦੀ ਵਰਕਿੰਗ, ਪਹਿਲੀ ਸਰਕਾਰ ਤਾਂ ਫਿਰ ਉਹ 2 ਸਾਲ 1.5 ਸਾਲ ਬਾਅਦ ਚਲੀ ਗਈ। ਅਗਲੀ ਸਰਕਾਰ ਤਾਂ ਬਿਲਕੁਲ ਹੀ ਝੂਠੀ ਜਿਹੜੀ ਹੈਗੀ ਆ 5 ਸਾਲ ਉੱਦਾਂ ਹੀ ਲੰਘਾ ਗਈ, ਵਿੱਚੋਂ ਠੱਗੀਆਂ ਮਾਰ ਕੇ ਲੰਘਾ ਗਈ। ਜਿਹੜੀ ਨੈਕਸਟ ਆਈ ਹੈ ਇਹ ਹਿੱਲੀ ਨਹੀਂ। ਇਹ ਕਹਿੰਦੇ ਸੀ ਨਾ ਵੀ ਅਸੀਂ ਜਿਹੜਾ 4 ਹਫ਼ਤਿਆਂ 'ਚ ਖਤਮ ਕਰ ਦਾਂਗੇ ਦਵਾਈ ਡਰੱਗਸ, ਇਹ ਤਾਂ ਹਿੱਲੇ ਹੀ ਨਹੀਂ। ਇਹਨਾਂ ਦਾ ਤਾਂ ਤੁਸੀਂ ਦੇਖੋ ਵੀ ਜਿੰਨੇ ਬੰਦੇ ਨੇ ਸਗੋਂ ਹੁਣ ਲੋਕ ਆਪ ਐਕਟਿਵ ਹੋ ਗਏ, ਕਿਉਂਕਿ ਲੋਕ ਫਿਰ ਹੁਣ ਕੀ ਕਰਨ, ਬੰਦੇ ਤਾਂ ਮਰ ਰਹੇ, ਨਹੀਂ ਤਾਂ ਆਪਾਂ ਨੂੰ ਸਾਰਾ ਪਤਾ ਨਾ ਜਵਾਨੀ ਤਾਂ ਖਤਮ ਹੋ ਹੀ ਰਹੀ ਹੈ ਨਾ। ਜਿੱਥੇ ਤੁਸੀਂ ਪੁੱਛਿਆ ਸੀ ਵੀ ਹੁਣ ਕਿਉਂ, ਹੁਣ ਇਸ ਕਰਕੇ ਹੈਗਾ ਕਿਉਂਕਿ ਹੁਣ ਡੈਥਸ ਬਹੁਤ ਜ਼ਿਆਦਾ ਹੋਣ ਲੱਗ ਗਈਆਂ। ਲੋਕ 4 ਚੁਫੇਰੇ ਫਸ ਗਏ ਹੋਏ ਆ ਹੈਲਥ ਦੇ ਪੁਆਇੰਟ ਆਫ ਵਿਊ ਨਾਲ। ਤੁਸੀਂ ਕਦੀ ਪਹਿਲਾਂ HIV AIDS ਨਹੀਂ ਸੀ ਸੁਣੀ, ਜਦੋਂ ਤੁਹਾਡਾ ਜਨਮ ਹੋਇਆ ਹੋਣਾ ਉਦੋਂ ਤੁਸੀਂ ਸੁਣਿਆ, ਕਿਉਂਕਿ 86 'ਚ ਤਾਂ ਪਹਿਲਾ ਕੇਸ ਆਇਆ। ਤੇ ਫਿਰ ਤੁਸੀਂ ਹੈਪੇਟਾਈਟਿਸ C ਨਹੀਂ ਜ਼ਿਆਦਾ ਸੁਣਿਆ ਹੋਣਾ, ਉਹ ਵੀ ਲੇਟੈਸਟ ਸੀਗਾ। ਇਹ ਬਿਮਾਰੀਆਂ ਜਿਹੜੀਆਂ ਨੇ ਇਹਨਾਂ ਦੇ ਨਾਲ ਹੀ ਆਈਆਂ। ਤੋ ਇਸ ਕਰਕੇ ਹੁਣ ਜਿੱਥੇ ਅਸੀਂ ਫਸੇ ਹੋਏ ਆ, ਅਸੀਂ ਫਸ ਗਏ ਕਿ ਤੁਹਾਡੀ ਪਾਪੂਲੇਸ਼ਨ ਜ਼ਿਆਦਾ, ਇੰਪਲਾਇਮੈਂਟ ਘੱਟ ਤੇ ਪੈਸੇ ਜਾਇਜ਼ ਤੁਹਾਡੇ ਕੋਲ ਵੀ ਜ਼ਿਆਦਾ ਹੈਗੇ।
ਜਿੱਥੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਫੋਰਨ ਨੂੰ ਨਹੀਂ ਜਾਣਾ, ਫੋਰਨ ਦੇ ਪੈਸਿਆਂ ਨੇ ਵੀ ਤੁਹਾਡਾ ਕਾਫੀ ਡਿਸਟਰਬ ਕੀਤਾ, ਜਿੱਥੇ ਉਹਨਾਂ ਨੇ ਤੁਹਾਡੀ ਲਾਈਫ ਨੂੰ ਥੋੜ੍ਹਾ ਬਹੁਤਾ ਇੰਪਰੂਵ ਕੀਤਾ, ਉੱਥੇ ਤੁਹਾਨੂੰ ਇਹ ਜਿਹੜੀਆਂ ਸੀਗੀਆਂ ਨਾ ਮਾੜੀਆਂ ਆਦਤਾਂ ਅਲਾਮਤਾਂ ਉਹਦੇ 'ਚ ਵੀ ਫਸਾਇਆ। ਜਿਵੇਂ ਆਪਾਂ ਕਹਿੰਦੇ ਹਾਂ ਵੀ ਇੰਡਸਟਰੀ ਜਿਹੜੀ ਹੈਗੀ ਹੈ ਲੱਗਣੀ ਚਾਹੀਦੀ ਹੈ, ਲੇਕਿਨ ਉਹਦੇ ਪੋਲਿਊਸ਼ਨ ਦਾ ਕੰਟਰੋਲ ਤਾਂ ਰੱਖਣਾ ਚਾਹੀਦਾ ਨਾ। ਇਸੇ ਤਰ੍ਹਾਂ ਹੀ ਇਹ ਸੀ ਕਿ ਪੈਸੇ ਤਾਂ ਕਮਾਉਣੇ ਚਾਹੀਦੇ ਆ, ਲੇਕਿਨ ਪੈਸੇ ਨੂੰ ਯੂਜ਼ ਕਿਵੇਂ ਕਰਨਾ, ਦੈਟ ਵਾਸ ਮੋਸਟ ਇੰਪੋਰਟੈਂਟ ਪਾਰਟ ਜਿਹਦੇ 'ਚ ਆਪਾਂ ਮਿਸਿੰਗ ਆ। ਇੱਕ ਗੱਲ ਹੋਰ ਜਾਣਨਾ ਚਾਹਾਂਗੇ, 2 ਮੁੱਦੇ ਰਹਿ ਗਏ, 2 ਸਵਾਲ ਮੇਰੇ। ਇੱਕ ਪਹਿਲਾ ਸਵਾਲ ਕਿ ਜਿਹੜੀ ਨਸ਼ਾ ਛਡਾਊ ਕੇਂਦਰਾਂ 'ਚ ਗੋਲੀ ਆਮ ਤੌਰ ਤੇ ਵਰਤੀ ਜਾਂਦੀ ਹੈ, ਉਹਦਾ ਤਜਰਬਾ ਤੁਹਾਡਾ ਕਿਵੇਂ ਰਿਹਾ? ਕਿਉਂਕਿ ਤੁਸੀਂ ਬਹੁਤ ਸਾਰੇ ਨਸ਼ਾ ਛਡਾਊ ਕੇਂਦਰਾਂ 'ਚ ਕੰਮ ਕੀਤਾ ਤੇ ਕਰ ਰਹੇ ਹੋ। ਉਹ ਗੋਲੀ ਫਾਇਦਾ ਕਰਦੀ ਹੈ, ਨੁਕਸਾਨ ਕਰਦੀ ਹੈ, ਕੀ ਕਰਦੀ ਹੈ? ਜ਼ਿਆਦਾ ਨੁਕਸਾਨ ਕਰ ਗਈ ਉਹ, ਕਿਉਂਕਿ ਉਹਦੇ 'ਚ ਮੈਂ ਇੱਕ ਵਰਡ ਯੂਜ਼ ਕਰਦਾ ਨਾ ਵੀ ਉਹ ਤਾਂ ਨੱਕ ਨਾਲੋਂ ਲਾ ਕੇ ਨਾ ਤਾਂ ਗੱਲ ਨਾਲ ਲਾਉਣ ਵਾਲਾ ਕੰਮ, ਜਿਹੜੀ ਪੰਜਾਬੀ 'ਚ ਆਪਾਂ ਕਹਿੰਦੇ ਆ ਵੀ ਜਦੋਂ ਤੁਸੀਂ ਇੱਕ ਕੱਚਾ ਨਸ਼ਾ ਸੀਗਾ, ਕੋਈ ਬੰਦਾ ਜਿਹੜਾ ਹੈਗਾ ਗੋਲੀ ਖਾਂਦਾ ਸੀ ਜਾਂ ਕੈਪਸੂਲ ਖਾਂਦਾ ਸੀਗਾ ਜਾਂ ਉਹੀ ਟੀਕੇ ਲਾਉਂਦਾ ਸੀ, ਤੁਸੀਂ ਉਹਨੂੰ ਕਹਤਾ ਵੀ ਤੈਨੂੰ ਗੋਲੀ ਦੇ ਦਿੰਦੇ ਹਾਂ ਅਸੀਂ, ਉਹ ਗੋਲੀ ਜਿਹੜੀ ਜੀਭ ਥੱਲੇ ਰੱਖਣ ਲੱਗ ਗਿਆ। ਅੱਗੇ ਤਾਂ ਉਹਨੂੰ ਕਿਤੇ ਰਾਹੇ ਦੁਰਾਹੇ ਜਿਹੜਾ ਹੈਗਾ ਵੀ ਆਪਣਾ ਕੰਮ ਕਰਨ ਚੱਲਦਾ ਸੀ, ਹੁਣ ਤਾਂ ਉਹ ਸਾਰਾ ਦਿਨ ਉਸੇ ਪਿੱਛੇ ਲੱਗਿਆ ਰਹਿੰਦਾ, ਕਿਉਂਕਿ ਇੱਕ ਦਿਨ 'ਚ ਇੱਕ ਗੋਲੀ ਦੇਣੀ ਉਹਨਾਂ ਨੂੰ, ਉਹ ਜੀਭ ਥੱਲੇ ਰੱਖ ਕੇ ਕਈ ਵਾਰੀ ਜਿਹੜੀਆਂ ਹੈਗੀਆਂ ਨੇ ਕਈ ਨੂੰ 2 ਦੇਣੀਆਂ ਪੈਂਦੀਆਂ, ਜੇ ਉਹਨਾਂ ਨੂੰ ਜ਼ਿਆਦਾ ਦੇ ਦਿਓ ਫਿਰ ਉਹ ਬਾਹਰ ਜਾ ਕੇ ਵੇਚ ਦਿੰਦੇ ਆ। ਇਹ ਵੀ ਤੇ ਇੱਕ ਇਸ਼ੂ ਹੈ। ਮਾਨਤਾ ਜਦੋਂ ਮਿਲਦੀ ਹੈ ਨਸ਼ਾ ਛਡਾਊ ਕੇਂਦਰਾਂ ਨੂੰ ਕਿ ਗੋਲੀ ਪ੍ਰਵਾਨਿਤ ਹੈ, ਸਰਕਾਰ ਵੱਲੋਂ ਮਨਜ਼ੂਰਸ਼ੁਦਾ, ਉਦੋਂ ਸ਼ਰਤ ਕੀ ਰੱਖੀ ਜਾਂਦੀ ਹੈ? ਸ਼ਰਤਾਂ ਕੀ ਨੇ ਗੋਲੀ ਨੂੰ ਵਰਤਣ ਦੀਆਂ, ਸੇਵਨ ਕਰਨ ਨਹੀਂ? ਉਹਦੇ 'ਚ ਤਾਂ ਕੁਆਲੀਫਾਈਡ ਡਾਕਟਰਸ ਹੋਣੇ ਚਾਹੀਦੇ ਨੇ। ਤੁਸੀਂ ਹੁਣ ਗੱਲ ਦੂਜੇ ਪਾਸੇ ਜਿਹੜੀ ਕੀਤੀ ਹੈ ਉਹ ਹੈਗੀ ਹੈ ਜਿਹੜੇ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰਸ। ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰ ਤਾਂ ਬਹੁਤ ਹੀ ਵੱਡੀ ਠੱਗੀ ਹੈ, ਬਹੁਤ ਜ਼ਿਆਦਾ ਵੱਡੀ ਠੱਗੀ ਹੈ। ਜਿਹੜੀ ਸਰਕਾਰੀ ਸੀ ਨਾ, ਉੱਥੇ ਪ੍ਰੋਪਰ ਸਹੂਲਤਾਂ ਨਹੀਂ ਹੈਗੀਆਂ, ਸਹੂਲਤਾਂ ਤਾਂ ਉਹਨਾਂ ਕੋਲ ਵੀ ਨਹੀਂ ਹੈਗੀਆਂ, ਪਰ ਉਹਨਾਂ ਨੇ ਠੱਗੀ ਬੜੀ ਮਾਰੀ। ਔਰ ਤੁਸੀਂ ਜੇ ਤੁਹਾਨੂੰ ਯਾਦ ਹੋਵੇ ਤਾਂ ਇਹ 2018-19 ਤੇ ਅੱਗੇ 20 'ਚ ਵੀ ਚੱਲਦਾ ਰਿਹਾ। ਪ੍ਰਿੰਸੀਪਲ ਸੈਕਟਰੀ ਹੈਲਥ ਨੇ ਕਿਹਾ ਸੀਗਾ 5 ਕਰੋੜ ਤੁਹਾਡੀਆਂ ਬੁਪਰੀਨੋਫਰ ਗੋਲੀਆਂ ਕਿੱਥੇ, ਤੇ ਮਿਨਿਸਟਰ ਤੇ ਟਸ ਤਮਾਸੀ ਨਹੀਂ ਹੋਇਆ ਵਿੱਚ। ਇਹਦਾ ਮਤਲਬ ਮਿਨਿਸਟਰ ਵੀ ਵਿੱਚੇ ਰਲੇ ਹੋਏ ਸੀ। ਆਪਾਂ ਸ਼ਾਇਦ ਲਾਸਟ ਵੀ ਇੱਕ ਡਿਸਕਸ਼ਨ ਕੀਤੀ ਸੀਗੀ ਕਿ ਜੇ ਕਿਸੇ ਬੰਦੇ ਨੇ ਐਕਟਿਵ ਹੋ ਕੇ ਪ੍ਰੋਐਕਟਿਵ ਹੋ ਕੇ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨੂੰ ਜਿੰਨਾ ਕਿ ਨੁਕਸਾਨ ਪਹੁੰਚਾ ਸਕਦੀ। ਸਾਡੀ ਕੁੜੀ ਤਾਂ ਮਾਰ ਹੀ ਦਿੱਤੀ ਸੀ, ਮੇਰੀਆਂ ਪਤਾ ਨਹੀਂ ਕਿੰਨੀ ਵਾਰੀ ਟ੍ਰਾਂਸਫਰ ਕੀਤੀਆਂ। ਇਹੀ ਤਾਂ ਇਸ਼ੂ ਸੀਗਾ ਸਾਰਾ। ਇਹਨਾਂ ਨੇ ਕੱਪ ਸਿਰਫ ਸੰਦੀਪ ਜੀ ਜਿਹੜਾ ਹੈਗਾ ਉਹ 2016 ਦੇ ਵਿੱਚ 9 ਲੱਖ ਸ਼ੀਸ਼ੀਆਂ ਜਿਹੜੀਆਂ ਫ੍ਰੀ 'ਚ ਹੀ ਵੰਡ ਦਿੱਤੀਆਂ ਸੀਗੀਆਂ, ਜਿਹਦੇ ਤੇ ਮੈਂ ਰੌਲਾ ਪਾਇਆ ਸੀਗਾ, ਫਿਰ ਮੇਰੀ ਬਦਲੀ ਕਰ ਦਿੱਤੀ ਸੀ। ਟ੍ਰੈਮਾਡੋਲ ਪਤਾ ਨਹੀਂ ਕਿੰਨੀਆਂ ਕੁ ਵਰਤੀਆਂ ਨੇ, ਕਿੰਨੀਆਂ ਕੁ ਲੋਕਾਂ ਨੂੰ ਫ੍ਰੀ 'ਚ ਖਵਾਈਆਂ ਨੇ। ਫਿਰ ਉਸ ਤੋਂ ਬਾਅਦ ਜਿਹੜੀ ਹੈਗੀਆਂ ਨੇ ਕਿ ਕੈਮੇ ਸ਼ਾਪ ਜਿਹੜੀਆਂ ਹੈਗੀਆਂ ਨੇ, ਘਰ ਘਰ ਲਾਇਸੈਂਸ ਦਿੱਤੇ ਹੋਏ ਆ ਜਿਹੜੇ ਹੈਗੇ, ਕਿ ਉਹਨਾਂ ਦਾ ਕੋਈ ਮੀਨਿੰਗ ਨਿਕਲਦਾ। ਇਹਦਾ ਮਤਲਬ ਸਰਕਾਰ ਲੋਕਾਂ ਦੇ ਪ੍ਰਤੀ ਸੁਹਿਰਦ ਹੈ ਹੀ ਨਹੀਂ। ਦੂਸਰਾ ਉਹਦੇ 'ਚ ਇੱਕ ਹੋਰ ਵੱਡਾ ਇਸ਼ੂ ਹੁੰਦਾ ਹੈ ਕਿ ਮੈਂ ਇੱਕ ਵਰਡ ਯੂਜ਼ ਕਰਦਾ ਹੁੰਦਾ ਕਿ ਜੇ ਤੁਹਾਨੂੰ ਨੌਲੇਜ ਹੋਵੇ ਤਾਂ ਤੁਹਾਨੂੰ ਕੰਫੀਡੈਂਸ ਹੁੰਦਾ ਹੈ, ਤੇ ਕੰਫੀਡੈਂਸ ਹੋਵੇ ਤਾਂ ਤੁਸੀਂ ਕੋਈ ਡਿਸੀਜਨ ਲੈ ਸਕਦੇ ਹੋ। ਤੇ ਨੌਲੇਜ ਵਾਲੇ ਤੇ ਇਹ ਜ਼ੀਰੋ ਵਾਲੇ ਤਾਂ ਤੁਹਾਡੇ ਮਿਨਿਸਟਰ ਬਣਦੇ ਆ। ਅੱਜ ਦੀ ਡੇਟ 'ਚ ਭਾਵੇਂ ਸਾਡੇ ਹੈਲਥ ਮਿਨਿਸਟਰ ਜਿਹੜੇ ਨੇ ਉਹ ਕੁਆਲੀਫਾਈਡ ਡਾਕਟਰ ਨੇ, ਪਰ ਮੈਨੂੰ ਪਤਾ ਹੈ ਕਿ ਉਹਨਾਂ ਦੀ ਲਿਮਿਟੇਸ਼ਨ ਹੈਗੀ ਹੈ, ਕਿਉਂਕਿ ਉਹਨਾਂ ਦਾ ਕੰਟਰੋਲ ਦਿੱਲੀ ਬੈਠਾ ਹੈ। ਇਸ ਕਰਕੇ ਉਹ ਇੰਡੀਪੈਂਡੈਂਟ ਡਿਸੀਜਨ ਲੈ ਹੀ ਨਹੀਂ ਸਕਦੇ। ਜੋ ਅੱਜ ਦੀ ਡੇਟ 'ਚ ਡਿਸੀਜਨ ਨੂੰ ਲੈ ਵੀ ਰਹੇ ਨੇ, ਉਹ ਸਾਰੇ ਦੇ ਸਾਰੇ ਡਿਸੀਜਨ ਡਾਕਟਰ ਬਲਵੀਰ ਦੇ ਨਹੀਂ ਹੈ, ਕਿਉਂਕਿ ਮੈਂ ਵੀ ਡਾਕਟਰ ਹਾਂ, ਮੈਂ ਵੀ ਨੌਕਰੀ ਕੀਤੀ ਹੈ, ਉਹਨਾਂ ਨੇ ਵੀ ਕੀਤੀ ਹੋਈ ਹੈ ਨੌਕਰੀ ਕੁਛ ਦੇਰ ਵਾਸਤੇ, ਔਰ ਸੋਸ਼ਲ ਐਕਟਿਵਿਸਟ ਵੀ ਰਹੇ ਆ ਉਹ। ਲੇਕਿਨ ਉਹ ਪਾਲਿਸੀ ਇੰਪਲੀਮੈਂਟ ਨਹੀਂ ਕਰ ਪਾਉਣਗੇ, ਕਿਉਂਕਿ ਤੁਹਾਡਾ ਕੰਟਰੋਲ ਤਾਂ ਕਿਤੇ ਹੋਰ ਬੈਠਾ। ਅੱਜ ਹੀ ਜਿਹੜਾ ਹੈਗਾ, ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਪੰਜਾਬੀਓ ਕਿਉਂ ਲੁੱਟੇ ਜਾ ਰਹੇ ਹੋ ਤੁਸੀਂ, ਤੁਹਾਨੂੰ ਕਿਉਂ ਨਹੀਂ ਸਮਝ ਲੱਗਦੀ ਕਿ ਇਹ ਤੁਹਾਡੇ ਬੰਦੇ ਜਿਹੜੇ ਹੈਗੇ ਨੇ, ਇਹ ਜਦੋਂ ਤੁਹਾਡਾ ਸਾਰਾ ਕੁਝ ਸੱਤਿਆਨਾਸ਼ ਕਰ ਦੇਣਗੇ ਉਦੋਂ ਤੁਹਾਨੂੰ ਸਮਝ ਆਏਗੀ। ਤੁਸੀਂ ਦੇਖਿਆ ਹੋਣੇ ਆ ਜਿਹੜੀ ਲੋਕ ਸਭਾ ਦੇ ਵਿੱਚ ਜਦੋਂ ਚੱਲ ਰਹੀ ਸੀ, ਜਿਹੜੇ 2 ਬੋਲੇ ਆ ਉਹ ਉਲਟ ਪੁਲਟ ਬੋਲੇ, ਉਹਨਾਂ ਨੂੰ ਵੈਸੇ ਸਸਪੈਂਡ ਕਰਤਾ, ਬਾਕੀ ਘੁੱਗੂ ਬਣ ਕੇ ਬੈਠੇ ਸੀ ਉੱਤੇ। ਤੇ ਫਿਰ ਆਪਾਂ ਜਾ ਕਿੱਥੇ ਰਹੇ ਹਾਂ? ਆਪਾਂ ਕਿਹੜੇ ਬੰਦਿਆਂ ਦੇ ਹੱਥ 'ਚ ਪਾਲਿਸੀ ਪਲੈਨਿੰਗ ਬਣਾਈ ਹੋਈ ਹੈ? ਤੁਸੀਂ ਪਾਰਲੀਮੈਂਟ ਦੀ ਗੱਲ ਕੀਤੀ, ਇੱਕ ਰਿਪੋਰਟ ਹੈਰਾਨ ਹੋਰ ਕਰਦੀ ਹੈ। 10 ਤੋਂ 17 ਸਾਲ ਵਾਲੇ ਬੱਚੇ ਬੜੇ ਇਨਵੋਲਵ ਆ, ਕਹਿੰਦੇ ਲੱਖਾਂ ਦੀ ਗਿਣਤੀ ਹੋ ਗਈ ਜਿਹੜੇ ਨਸ਼ਾ ਵੇਚਣ ਤੇ ਵੀ ਲੱਗੇ ਆ, ਕਰਨ 'ਚ ਵੀ ਲੱਗੇ। ਤਾਂ ਉਹਦਾ ਕਾਰਨ ਤਾਂ ਇਹੀ ਹੈਗਾ ਨਾ, ਕਿਉਂਕਿ ਲੋਕ ਜਿਹੜੀ ਤੁਹਾਡੀ ਪਾਲਿਸੀ ਇੰਪਲੀਮੈਂਟਰ ਸੀਗੇ ਉਹ ਤਾਂ ਆਪ ਪੈਸੇ ਕਮਾਉਂਦੇ ਲੱਗੇ ਨੇ, ਉਹ ਪਾਰਟਨਰ ਨੇ ਵਿੱਚ। ਪੁਲਿਸ ਵੀ ਪਾਰਟਨਰ ਹੈ, ਸਾਡਾ ਹੈਲਥ ਡਿਪਾਰਟਮੈਂਟ ਵੀ ਪਾਰਟਨਰ ਹੈ, ਤਸਕਰ ਤਾਂ ਹੈ ਹੀ ਹੈ, ਉਹ ਤਾਂ ਬਿਜ਼ਨਸ ਕਰ ਰਹੇ ਨੇ, ਤੇ ਉੱਤੋਂ ਜਿਹੜੇ ਪੋਲੀਟੀਸ਼ੀਅਨਸ ਉਹ ਪਾਰਟਨਰ ਨੇ। ਫਿਰ ਇੱਕ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ ਸੰਦੀਪ ਜੀ, ਉਹ ਇਹ ਹੈਗੀ ਹੈ ਕਿ ਇਹਨਾਂ ਸਾਰਿਆਂ ਨੂੰ ਕੰਟਰੋਲ ਕਰਨ ਵਾਸਤੇ ਕੋਰਟ ਸੀਗੀ, ਲੇਕਿਨ ਕੋਰਟ ਵੀ ਬਹੁਤ ਢਿੱਲੀ ਚੱਲੀ। ਤੁਸੀਂ ਦੇਖਿਆ ਪਿੱਛੇ ਕਿੰਨਾ ਪ੍ਰੋਟੈਸਟ ਹੋਏ, ਇਹ ਹੋਇਆ ਉਹ ਹੋਇਆ, ਸਾਡੇ ਮੈਂ ਪੰਜਾਬੀ ਮੰਚ ਨੇ ਵੀ ਪ੍ਰੋਟੈਸਟ ਕੀਤੇ ਵਿੱਚ। ਸੋ ਮੇਰਾ ਕਹਿਣ ਦਾ ਮਤਲਬ, ਮੈਂ ਕੋਰਟ ਨੂੰ ਇਹ ਗੱਲ ਕਰ ਰਿਹਾ ਕਿ ਜੇ ਤੁਸੀਂ ਦੂਜੀਆਂ ਚੀਜ਼ਾਂ ਦਾ ਲੈਂਦੇ ਹੋ, ਸੂਮੋਟੋ ਨੋਟਿਸ ਲੈ ਸਕਦੇ ਹੋ, ਇਹਦਾ ਵੀ ਸੂਮੋਟੋ ਨੋਟਿਸ ਲੈ ਕੇ ਬਲਕਿ ਉਸ 'ਤੇ ਐਕਸ਼ਨ ਕਰਨਾ ਚਾਹੀਦਾ। ਜੇ ਤੁਸੀਂ ਉਸ ਨੂੰ ਡਿਲੇ ਕਰੀ ਜਾਓਗੇ, ਹੁਣ ਤੁਸੀਂ ਦੇਖੋ ਇਹਨਾਂ ਨੇ ਰਿਪੋਰਟਾਂ ਜਿਹੜੀਆਂ ਹੈਗੀਆਂ ਸੀ, ਕਹਿੰਦੇ ਸੀ ਅਸੀਂ 3 ਖੋਲ੍ਹ ਦਿੱਤੀਆਂ ਤੇ ਚੌਥੀ ਰਹਿ ਗਈ, ਹੈ ਨਾ। ਉਹਦੇ 'ਚ 3 ਕਿਉਂਕਿ DGP ਇਨਵੋਲਡ ਨੇ, ਇਸ ਕਰਕੇ ਉਹ ਹੁਣ ਦੱਬੀ ਪਈ ਹੈ, ਕਿਉਂਕਿ DGP ਦਾ ਆਪਣਾ ਜ਼ੋਰ ਚੱਲਦਾ ਹੈ। ਤੇ ਕੋਰਟ ਜਿਹੜੀ ਹੈਗੀ ਆ, ਉਹ ਮੈਂ ਤਾਂ ਕੋਰਟ ਨੂੰ ਇਹ ਰਿਕੁਐਸਟ ਕਰਾਂਗਾ, ਕਈ ਵਾਰੀ ਮੈਨੂੰ ਪਿੱਛੇ ਜਿਹੜਾ ਹੈਗਾ, ਜਦੋਂ ਤੁਹਾਨੂੰ ਯਾਦ ਹੋਊਗਾ ਬਲਵਿੰਦਰ ਸ਼ੇਖੋਂ ਨੇ ਰੌਲਾ ਪਾਇਆ ਸੀਗਾ, ਤਾਂ ਮੈਂ ਕਾਫੀ ਦੇਰ ਪਹਿਲਾਂ ਤੋਂ ਮਾਨਯੋਗ ਵਰਡ ਲਿਖਣਾ ਬੰਦ ਕਰ ਦਿੱਤਾ ਹੋਇਆ। ਮੈਂ ਕਿਸੇ ਨੂੰ ਮਾਨਯੋਗ ਨਹੀਂ ਲਿਖਦਾ। ਇਹਦੇ ਖਿਆਜੇ ਨਹੀਂ ਭੁਗਤਣੇ ਪਏ ਤੁਹਾਨੂੰ?
ਮੈਨੂੰ ਕੀ ਫਰਕ ਪੈਂਦਾ ਫਿਰ? ਹੁਣ ਜੇ ਮੈਂ ਸਾਰਿਆਂ ਨੂੰ ਮਾਨਯੋਗ ਹੀ ਕਹਿਣਾ ਤੇ ਫਿਰ ਮੈਂ ਰੋਣਾ ਵੀ ਕਿਉਂ ਪਿਆ? ਜੇ ਸਾਰੀਆਂ ਚੀਜ਼ਾਂ, ਕੋਰਟ ਵੀ ਮਾਨਯੋਗ ਹੈ, ਮਿਨਿਸਟਰ ਵੀ ਮਾਨਯੋਗ ਹੈ, ਮੰਤਰੀ ਵੀ ਮਾਨਯੋਗ ਹੈ, ਤੁਸੀਂ ਵੀ ਐਜ਼ ਏ ਆਫੀਸਰ ਵੀ ਮਾਨਯੋਗ ਹੋ, ਸਾਹਿਬ ਜੀ ਸੰਦੀਪ ਸਾਹਿਬ ਤੁਹਾਨੂੰ ਕਹਿ ਕੇ ਜਾਣਾ, ਤਾਂ ਫਿਰ ਮੈਂ ਰੋਣਾ ਕਿਉਂ ਹਾਂ? ਤੁਸੀਂ ਤਾਂ ਮਾਨਯੋਗ ਹੋ, ਤੇ ਮਾਨਯੋਗ ਬੰਦੇ ਨੂੰ ਥੋੜ੍ਹੀ ਰੋਈਦਾ। ਰੋਣ ਪਿੱਟਣ ਤਾਂ ਉਦੋਂ ਹੀ ਹੁੰਦਾ ਹੈ ਕਿ ਜਦੋਂ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ। ਸੋ ਇਸ ਕਰਕੇ ਮੈਂ ਕਿਸੇ ਨੂੰ ਮਾਨਯੋਗ ਨਹੀਂ ਕਹਿੰਦਾ, ਮੈਂ ਕਿਸੇ ਦੀ ਡਿਸਰਿਸਪੈਕਟ ਨਹੀਂ ਕਰਨਾ ਚਾਹੁੰਦਾ। ਮੈਂ ਕਹਿੰਦਾ ਵੀ ਆਪਣਾ ਕੰਮ ਕਰੋ, ਪਰ ਮਾਨਯੋਗ ਬਣੋ ਤੁਸੀਂ। ਅਸੀਂ ਮਾਨਯੋਗ ਕਹਿਣ ਨੂੰ ਤਿਆਰ, ਹਾਂ ਕਹਿਣ ਨੂੰ ਤਿਆਰ ਹਾਂ, ਲੇਕਿਨ ਮਾਨਯੋਗ ਉਦੋਂ ਹੀ ਕਹਾਂਗੇ ਨਾ ਜਦੋਂ ਕੋਈ ਮਾਨਯੋਗ ਵਾਲਾ ਕੰਮ ਕੀਤਾ ਹੋਏਗਾ। ਮੈਂ ਤੁਹਾਨੂੰ ਦੱਸਾਂ, ਹੁਣ ਕੋਰਟ ਤਾਂ ਕਈ ਵਾਰੀ ਕਹਿੰਦੀ ਹੈ, ਕੋਰਟ ਮੈਨੂੰ ਵੀ ਕਹਿ ਲਵੇ। ਮੈਨੂੰ ਇੱਕ ਹਸਪਤਾਲ ਦੇ ਵਿੱਚ ਨਾ ਛੋਟੀ ਜਿਹੀ ਅੱਗ ਲੱਗੀ ਸੀ, ਉਹ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਵਾਲਾ, 4.5 ਸਾਲ ਮੇਰੇ ਅਗੇਂਸਟ ਕੰਪਲੀਟ ਕਰ, 4.5 ਸਾਲ ਮੈਨੂੰ ਕੋਰਟ 'ਚ ਖੜਾ ਰੱਖਿਆ। ਮੈਂ ਜੱਜ ਸਾਹਿਬ ਨੂੰ ਜਾ ਕੇ ਕਹਿ ਵੀ ਦਿੱਤਾ ਕਿ ਆ ਜਿਹੜੀ ਮੈਂ ਨਹੀਂ ਮੁੱਕਰਦਾ ਵੀ ਉੱਥੇ ਅੱਗ ਨਹੀਂ ਲੱਗੀ ਹੋ ਸਕਦੀ, ਕਿਉਂਕਿ ਜੇ ਕੋਈ ਉੱਥੇ ਜਾ ਕੇ ਪੱਤੇ ਪਏ ਉਹਨਾਂ ਨੂੰ ਅੱਗ ਲੱਗ ਗਈ ਤੇ ਉਹਦੇ ਨਾਲ ਕੋਈ ਐਡਾ ਵੱਡਾ ਪੋਲਿਊਸ਼ਨ ਫੈਲ ਗਿਆ। ਜਾਂ ਮੈਂ ਮੰਨ ਲਿਆ ਕਿ ਉੱਥੇ ਹੋ ਸਕਦਾ ਹੈ, ਪਰ ਹੁਣ SMO ਇਹ ਥੋੜ੍ਹੀ ਹੈ ਕਿ ਉਹ ਉੱਥੇ ਪੱਤੇ ਸਾਫ਼ ਕਰੇਗਾ। ਭਾਵੇਂ ਮੇਰੀ ਡਿਊਟੀ ਬਣਦੀ ਹੈ ਸੁਪਰਵਿਜ਼ਨ ਦੀ, ਲੇਕਿਨ ਜਦੋਂ ਮੈਂ ਕਹਿ ਹੀ ਦਿੱਤਾ। ਔਰ ਤੁਸੀਂ ਦੇਖੋ ਜਿਹੜਾ 1986 ਦਾ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਐਕਟ ਹੈਗਾ, ਉਹ ਇਹ ਗੱਲ ਕਹਿੰਦਾ ਹੈ ਕਿ ਇਹ ਜਿਹੜਾ ਐਕਟ ਹੈਗਾ ਇਹ ਪਿਊਨਿਟਿਵ ਨਹੀਂ ਹੈ, ਪ੍ਰਮੋਟਿਵ ਹੈ। ਮਤਲਬ ਤੁਸੀਂ ਐਨਵਾਇਰਨਮੈਂਟ ਨੂੰ ਸਾਫ਼ ਕਰਕੇ ਰੱਖਣਾ, ਪਰ ਤੁਸੀਂ ਮੈਨੂੰ ਸਜ਼ਾ ਦੇ ਰਹੇ ਹੋ। 4.5 ਸਾਲ ਖੜੀ ਰੱਖਿਆ ਵਿਦਆਊਟ ਐਨੀ ਐਵੀਡੈਂਸ। 4.5 ਸਾਲਾਂ ਬਾਅਦ ਕਹਿੰਦੇ ਹਾਂਜੀ ਤੇਰੀ ਅਗੇਂਸਟ ਕੋਈ ਐਵੀਡੈਂਸ ਨਹੀਂ ਹੈਗਾ। ਮੈਂ ਤੁਹਾਡੇ ਮੀਡੀਆ ਰਾਹੀਂ ਜਿਹੜੀ ਹੈਗੀ ਹੈ ਨਾ, ਉਹ ਇਹ ਜੋ ਕੁਛ ਕਰਦੇ ਨੇ ਇਹਨਾਂ ਦੀ ਤਾਂ ਗੱਲ ਛੱਡ ਦਿਓ, ਇਹਨੂੰ ਤਾਂ ਆਪਾਂ ਗਾਲਾਂ ਵੀ ਕੱਢਦੇ ਹਾਂ, ਰੋਜ਼ ਹੀ ਕੱਢਦੇ ਹਾਂ। ਲੇਕਿਨ ਕੋਰਟ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਜੇ ਵਾਕਈ ਲੋਕ ਤੁਹਾਨੂੰ ਮਾਨਯੋਗ ਕਹਿਣ ਜਾਂ ਇਹੀ ਨਿਆਂ ਦਾ ਮੰਦਰ ਬਣਨਾ ਪੈਣਾ, ਤਾਂ ਆਪਾਂ ਨੂੰ ਇਹੋ ਜਿਹੇ ਮੁੱਦਿਆਂ ਦੇ ਉੱਤੇ ਘੱਟੋ ਘੱਟ ਫਾਸਟ ਟਰੈਕ ਕਰਕੇ ਐਕਸ਼ਨ ਲੈਣਾ ਚਾਹੀਦਾ, ਤਾਂ ਇਹਦੇ 'ਤੇ ਕੁਝ ਕੋਈ ਗੱਲ ਬਣ ਸਕਦੀ ਹੈ। ਨਹੀਂ ਤਾਂ ਫਿਰ ਇਹ ਜਿਹੜੀਆਂ ਰਿਪੋਰਟਾਂ 4-4 5-5 ਸਾਲ ਦੱਬੀਆਂ ਰਹੀਆਂ, ਵਿੱਚ ਹੈ ਨਹੀਂ ਸੀ ਕੁਝ ਵੀ। ਇੱਕ ਹੋਰ ਗੱਲ ਸੀ, ਉਹਨਾਂ ਦੇ ਵਿੱਚ ਵੀ ਕੁਝ ਨਹੀਂ ਸੀਗਾ, ਫਿਰ ਵੀ 5 ਸਾਲ ਜਿਹੜਾ ਹੈਗਾ ਉਹ ਡਿਲੇ ਇੰਨਾ ਜਿਹੜਾ ਹੈਗਾ। ਇਹ ਜਿਹੜਾ ਜਿੱਥੇ ਤੁਸੀਂ ਅੱਜ ਗੱਲ ਆਪਾਂ ਨਸ਼ਿਆਂ ਦੀ ਕੀਤੀ ਹੈ, ਅਸਲ ਸਟੋਰੀ ਇਹ ਹੋਈ ਪਈ ਹੈ ਕਿ ਜਿਹੜੇ ਬੰਦਿਆਂ ਨੇ ਪਾਲਿਸੀ ਇੰਪਲੀਮੈਂਟ ਕਰਨੀ ਸੀ, ਇੱਕ ਤਾਂ ਉਹਨਾਂ ਨੂੰ ਨੌਲੇਜ ਨਹੀਂ ਹੈ, ਇੱਕ ਉਹਨਾਂ ਦੀ ਇੱਛਾ ਸ਼ਕਤੀ ਨਹੀਂ ਹੈ, ਤੇ ਤੀਸਰਾ ਇਹ ਹੈਗਾ ਕਿ ਉਹ ਵਿੱਚ ਪਾਰਟਨਰ ਨੇ। ਜੋ ਤੁਸੀਂ ਪਾਰਟਨਰ ਹੋ ਤਾਂ ਫਿਰ ਤੁਸੀਂ ਕਿਉਂ ਨਸ਼ਾ ਕਿਉਂ ਬੰਦ ਕਰਾਓਗੇ? ਜਿਹੜਾ ਮੈਂ ਪੋਲੀਟੀਸ਼ੀਅਨ ਨੂੰ ਬਾਰ-ਬਾਰ ਕਹਿ ਰਿਹਾ, ਪੁਲਿਸ ਨੂੰ ਵੀ ਬਾਰ-ਬਾਰ ਕਹਿ ਰਿਹਾ, ਆਪਣੀ ਡਿਪਾਰਟਮੈਂਟ ਨੂੰ ਵੀ ਬਾਰ-ਬਾਰ ਕਹਿਣਾ, ਜਦੋਂ ਇਹ ਹੈ ਹੀ ਨਸ਼ਾ ਤਸਕਰਾਂ ਦੇ ਨਾਲ ਮਿਲੇ ਹੋਏ ਆ, ਤੇ ਫਿਰ ਇਹਨਾਂ ਨੂੰ ਬੰਦ ਕੌਣ ਕਰਾਏਗਾ? ਤੁਸੀਂ ਦੇਖੋ, ਅਸੀਂ ਸੌਖਾ ਜਿਹਾ ਇੱਕ ਤੁਸੀਂ ਦੱਸਿਆ ਸੀ ਕਿ ਜਿਸ ਮੈਂ ਵੀ ਉਸ ਗੱਲ ਦੇ ਨਾਲ ਐਗਰੀ ਕਰਦਾ ਕਿ ਇਕੱਲੀਆਂ ਮਤਲਬ ਪ੍ਰੋਬਲਮਸ ਨੂੰ ਕਾਊਂਟ ਕਰਕੇ ਤੇ ਘੰਟਾ ਬਤਾ ਕੇ ਨਿਕਲ ਜਾਣਾ, ਇਹਦਾ ਕੋਈ ਸੋਲੂਸ਼ਨ ਨਹੀਂ ਹੈਗਾ। ਸੋਲੂਸ਼ਨ ਸੀਗਾ, ਅਸੀਂ ਕਹਿੰਦੇ ਸੀਗੇ ਕਿ ਤੁਸੀਂ ਡੀ-ਐਡਿਕਸ਼ਨ ਸੈਂਟਰ ਖੋਲ੍ਹੇ, ਤੁਸੀਂ ਲੋਕ ਜਿਹੜੇ ਛੋਟੇ ਲੈਵਲ ਵਾਲੇ ਲੋਕ ਜਿਹੜੇ ਹੈਗੇ ਨੇ, ਚਲੋ ਵੱਡੇ ਵਾਲਿਆਂ ਦਾ ਆਪਾਂ ਮੰਨ ਕੇ ਚੱਲਦੇ ਹਾਂ ਵੀ ਉਹ ਲਈਅਰ ਪਲਈਅਰ ਵਿੱਚ ਕਰ ਰਹੇ ਨੇ। ਜਿਹੜਾ ਛੋਟਾ ਬੰਦਾ ਹੈਗਾ ਉਹ ਲਈਅਰ ਪਲਈਅਰ ਤੋਂ ਇਲਾਵਾ ਉਹਦੀ ਕੁਝ ਹੋਰ ਮਜਬੂਰੀਆਂ ਵੀ ਹੁੰਦੀਆਂ ਨੇ। ਜੇ ਉਸ ਨੂੰ ਤੁਸੀਂ ਕੰਮ 'ਤੇ ਲਾ ਦਿਓ, ਅੱਜ ਦੀ ਡੇਟ 'ਚ ਤੁਸੀਂ ਦੇਖੋ ਆਪਣਾ ਸੰਦੀਪ ਜੀ, ਕਿ ਜਿਹੜੀਆਂ ਛੋਟੀਆਂ ਸਰਵਿਸਿਜ਼ ਹੈਗੀਆਂ ਨੇ, ਜਿਹਦੇ 'ਚ ਸਕੂਲਾਂ ਔਰ ਹਸਪਤਾਲਾਂ ਦੇ ਵਿੱਚ ਸਫਾਈ ਸੇਵਕ ਉੱਥੇ ਨਹੀਂ ਹੈ, ਮਾਲੀ ਉੱਥੇ ਨਹੀਂ ਹੈ, ਚੌਕੀਦਾਰ ਉੱਥੇ ਨਹੀਂ ਹੈ। ਜੇ ਇਹੋ ਪੋਸਟਾਂ ਜਿਹੜੀਆਂ ਹੈਗੀਆਂ ਨੇ, ਤੁਸੀਂ ਪਿੰਡ ਵਾਲੇ ਬੰਦੇ ਨੂੰ ਜਾਂ ਜਿਹਨੂੰ ਡੀ ਤੁਸੀਂ ਕਰਨਾ ਹੈ ਜੀ, ਉਹਨੂੰ ਕਹੋ ਜੀ ਤੈਨੂੰ ਨਸ਼ਾ ਵੀ ਛਡਾਵਾਂਗੇ ਤੇ ਤੈਨੂੰ ਨੌਕਰੀ ਵੀ ਦੇ ਦੇਵਾਂਗੇ ਜੀ, ਤੇ ਪਰ ਤੇਰੇ 6 ਮਹੀਨੇ ਬਾਅਦ ਡੋਪ ਟੈਸਟ ਕਰਿਆ ਕਰਾਂਗੇ। ਤੁਸੀਂ ਕੰਡੀਸ਼ਨ ਲਾ ਕੇ ਉਹਨੂੰ ਕਰੋ। ਬਹੁਤ ਸਾਰੇ ਲੋਕ, ਸਾਰੇ ਨਹੀਂ ਮੰਨਣਗੇ, ਬਹੁਤ ਸਾਰੇ ਮੰਨ ਲੈਣਗੇ, ਕਿਉਂਕਿ ਜਦੋਂ ਉਹਨੂੰ ਨੌਕਰੀ ਮਿਲ ਜਾਏਗੀ ਉਧਰੋਂ ਛੱਡ ਦੂਗਾ। ਹੁਣ ਤਾਂ ਇਹ ਹੋ ਰਿਹਾ ਕਿ ਜੇ ਰਾਹੇ ਦੁਰਾਹੇ ਕੋਈ ਬੰਦਾ ਛੱਡ ਵੀ ਦਿੰਦਾ ਤੇ ਉਹਦੇ ਕੋਲ ਕੰਮ ਕੋਈ ਨਹੀਂ ਹੁੰਦਾ, ਉਹ ਚੌਥੇ ਮਹੀਨੇ ਫਿਰ ਉਹ ਸ਼ੁਰੂ ਕਰ ਦਿੰਦਾ। ਸੋ ਇਹ ਜਿਹੜਾ ਸਿਸਟਮ ਹੈਗਾ, ਜਿੰਨੀ ਦੇਰ ਤੱਕ ਸਰਕਾਰ ਇਸ ਨੂੰ ਵਿਚਾਰਦੀ ਨਹੀਂ। ਔਰ ਇੱਕ ਹੋਰ ਮੈਂ ਤੁਹਾਡੇ ਮੀਡੀਆ ਨਾਲ ਇਹ ਗੱਲ ਕਹਾਂਗਾ ਕਿ ਸਰਕਾਰ ਨੂੰ ਆਇਡੈਂਟੀਫਾਈ ਕਰਨਾ ਪਏਗਾ ਕਿ ਨਸ਼ਾ ਜਿਹੜਾ ਸਿਰਫ ਚਿੱਟਾ ਕਹਿ ਕੇ ਕੰਮ ਨਹੀਂ ਮੁੱਕਣਾ। ਇਹਦੇ 'ਚ ਮੈਡੀਕਲ ਨਸ਼ਾ ਵੀ, ਇਹਦੇ 'ਚ ਟ੍ਰੈਡੀਸ਼ਨਲ ਨਸ਼ਾ ਵੀ ਉਨਾ ਹੀ ਬਰਾਬਰ ਦੇ ਉੱਤੇ ਚੱਲ ਰਿਹਾ ਜਿੰਨਾ ਸਿੰਥੈਟਿਕ ਨਸ਼ਾ ਜਿਹੜਾ ਹੈਗਾ। ਸੋ ਉਸ ਨੂੰ ਪ੍ਰੋਬਲਮ ਨੂੰ ਚੰਗੀ ਤਰ੍ਹਾਂ ਵਿਚਾਰ ਲਓ। ਉਹਦੇ ਕਾਰਨ ਜਿਹੜੇ ਹੈਗੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਫੋਰਨ ਦਾ ਪੈਸਾ, ਪੰਜਾਬ ਦੇ ਲੋਕਾਂ ਦਾ ਲਾਈਫ ਸਟਾਈਲ, ਪੰਜਾਬ ਦੇ ਲੋਕ ਜਿਹੜੇ ਵਿਹਲੇ ਰਹੇ ਹੋਏ ਹੈ, ਔਰ ਅਨਐਮਪਲਾਇਮੈਂਟ ਜਿਹੜੀ ਹੈਗਾ ਹੋਈ ਹੈ, ਇਹਨਾਂ ਨੂੰ ਆਇਡੈਂਟੀਫਾਈ ਕਰਨਾ ਪਏਗਾ। ਉਹਦੇ 'ਚੋਂ ਆਪਾਂ ਨੂੰ ਕੱਢਣਾ ਪਏਗਾ, ਫਿਰ ਕੱਢ ਕੇ ਤਾਂ ਉਹਨਾਂ ਨੂੰ ਰੀਹੈਬਿਲਿਟੇਟ ਕਰਨਾ ਪਏਗਾ ਜੀ। ਆਪਾਂ ਸਿਰਫ ਗੱਲਾਂ ਨਾਲ ਕੰਮ ਸਾਰਦੇ ਹਾਂ, ਗੱਲਾਂ ਨਾਲ ਕੰਮ ਨਹੀਂ ਸਰਨਾ। ਆਪਾਂ ਭਾਵੇਂ ਜਿੰਨੀਆਂ ਮਰਜ਼ੀ ਇਹੋ ਜਿਹੀਆਂ ਇੰਟਰਵਿਊ ਕਰ ਲਈਏ, ਬੜੀ ਵਾਰੀ ਕੀਤੀਆਂ ਨੇ, ਮੈंने ਬੜਾ ਕੁਝ ਬੋਲਿਆ, ਵਿੱਚ ਫਾਇਦਾ ਕੀ ਹੋਇਆ ਅਲਟੀਮੇਟਲੀ? ਕਿ ਮੇਰੇ ਵਰਗੇ ਦੀ ਜੇ ਕਹਿੰਦੇ ਜ਼ਿਆਦਾ ਬੋਲਦਾ, ਚਲੋ ਜੀ ਇਹਦੀ ਬਦਲੀ ਕਰ ਦਿਓ। ਇਹ ਕੋਈ ਸੋਲੂਸ਼ਨ ਨਹੀਂ ਹੈ। ਮੇਰੀ ਬਦਲੀ ਕੋਈ ਸੋਲੂਸ਼ਨ ਨਹੀਂ, ਜਾਂ ਕਿਸੇ ਵੀ ਮੁਲਾਜ਼ਮ ਦੀ ਬਦਲੀ ਕੋਈ ਸੋਲੂਸ਼ਨ ਨਹੀਂ ਹੁੰਦਾ। ਸੋਲੂਸ਼ਨ ਹੁੰਦਾ ਹੈ ਕਿ ਤੁਸੀਂ ਉਸ ਨੂੰ ਆਇਡੈਂਟੀਫਾਈ ਕਰੋ। ਸੋ ਅੱਜ ਮੈਂ ਤੁਹਾਡੇ ਮੀਡੀਆ ਰਾਹੀਂ, ਕਿਉਂਕਿ ਕੁਆਲੀਫਾਈਡ ਡਾਕਟਰ ਨੇ ਡਾਕਟਰ ਬਲਵੀਰ ਸਿੰਘ, ਉਹਨਾਂ ਨੂੰ ਮੈਂ ਇਹ ਗੱਲ ਕਹਾਂਗਾ ਕਿ ਉਹ ਅਜੇ ਵੀ ਸਿਸਟਮ ਨੂੰ ਵਿਚਾਰ ਲੈਣ, ਤੇ ਐਵੇਂ ਪੁੱਠੇ ਸਿੱਧੇ ਜਿਹੜੀਆਂ ਹੈਗੀਆਂ ਨੇ ਉਹ ਆਰਡਰਸ ਮੈਂ ਦੇਖ ਰਿਹਾ ਕਈ ਥਾਵਾਂ ਦੇ ਵਿੱਚ ਜਿਹੜੇ ਹੋ ਰਹੇ ਨੇ ਵਿੱਚ, ਉਹ ਨਾ ਕਰਕੇ ਜੇ ਉਹਨਾਂ ਕੋਲੋਂ
ਨਹੀਂ ਵੀ ਕੇਜਰੀਵਾਲ ਅੱਜ ਦੀ ਡੇਟ 'ਚ ਮੰਨਦਾ ਤੇ ਕੇਜਰੀਵਾਲ ਨੂੰ ਬੈਠ ਕੇ ਸਮਝਾ ਦਿਓ ਕਿ ਪੰਜਾਬ ਦਾ ਹੈਲਥ ਸਿਸਟਮ ਹੈ ਕੀ ਹੈ, ਪੰਜਾਬ ਦੀ ਸੱਭਿਅਤਾ ਹੈ ਕੀ ਹੈ, ਪੰਜਾਬ ਦਾ ਨੌਜਵਾਨ ਹੈ ਕੀ ਹੈ, ਉਹਦੇ 'ਚ ਸੋਲੂਸ਼ਨ ਲੱਭੋ ਜੀ ਠੀਕ ਹੈ। ਸਿਰਫ ਤੇ ਸਿਰਫ ਚਮਚੀ ਮਾਰ ਕੇ ਮਿਨਿਸਟਰੀ ਕਰਨ ਦਾ ਕੀ ਫਾਇਦਾ ਉਹਦੇ 'ਚ। ਜੀ ਡਾਕਟਰ ਬਲਵੀਰ ਨੂੰ ਕੋਈ ਫਾਇਦਾ ਨਹੀਂ ਹੈ ਮਿਨਿਸਟਰੀ ਕਰਨ ਦਾ। ਜੀ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਸਾਡੇ ਨਾਲ ਡਾਕਟਰ ਦਲੇਰ ਸਿੰਘ ਮੁਲਤਾਨੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਖਾਸ ਕਰਕੇ ਨਸ਼ਿਆਂ ਦੇ ਮੁੱਦੇ ਦੀ ਚਰਚਾ ਬਹੁਤ ਜ਼ਿਆਦਾ ਹੈ, ਪਰ ਸਮੱਸਿਆ ਦਾ ਹੱਲ ਕਿੱਥੇ ਹੈ, ਇਸ ਬਾਰੇ ਅਸੀਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਉਮੀਦ ਹੈ ਕਿ ਇਸ ਇੰਟਰਵਿਊ ਦੇ ਜ਼ਰੀਏ ਜਾਂ ਵੱਖ-ਵੱਖ ਚਰਚਾਵਾਂ ਦੇ ਜ਼ਰੀਏ ਸਰਕਾਰ ਇਸ ਦੇ ਉੱਤੇ ਗੌਰ ਜ਼ਰੂਰ ਕਰੇਗੀ ਔਰ ਸਮੱਸਿਆ ਦਾ ਹੱਲ ਕੱਢਣ ਦੇ ਲਈ ਵੀ ਕੋਸ਼ਿਸ਼ਾਂ ਕਰੇਗੀ ਔਰ ਸਫਲ ਵੀ ਹੋਵੇਗੀ। ਇਸ ਮੁਲਾਕਾਤ ਦੇ ਵਿੱਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਮੋਹਾਲੀ।